जय गुरुदेव। वाहिगुरु जी का खालसा, श्री वाहिगुरु जी की फतेह। जय भीम, जय भारत, राम राम, अस्सलाम वालेकुम, नमे बंदा। सत्संगत जी, ਅੱਜ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਪੰਜ ਪਿਆਰੇ ਕਿੱਦਾਂ ਦੇ ਹੋਣੇ ਚਾਹੀਦੇ ਆ। ਪੰਜ ਪਿਆਰੇ ਸਾਡੇ ਕਲਗੀਆਂ ਵਾਲੇ ਨੇ ਜਿਹੜੇ ਸਾਨੂੰ ਦੱਸੇ ਹੋਏ ਸੀ ਆਪ ਅੰਮ੍ਰਿਤ ਛਕ ਕੇ ਤੇ ਪੰਜਾਂ ਤੋਂ ਛਕਿਆ ਅੰਮ੍ਰਿਤ ਦੀ ਦਾਤ। ਆਪਾਂ ਗੱਲ ਕੱਲ ਮੈਂ ਕੀਤੀ ਸੀ ਵੀ ਕੱਲ ਕਰਾਂਗਾ, ਆਪਾਂ ਅੱਜ ਗੱਲ ਕਰਾਂਗੇ। ਪਰ ਕੁਛ ਮੇਰੇ ਮੂਹਰੇ ਕੱਲ ਇੱਕ ਵੀਡੀਓ ਐਸੀ ਆਈ, ਇੱਕ ਮੇਰੀ ਧੀ, ਦੇਖੋ ਯਾਦ ਰੱਖਿਓ ਸਤਸੰਗਤ ਜੀ, ਉਹ ਧੀ ਮੇਰੀ ਦਾ ਨਾਂ ਹੈਗਾ ਆ, ਠੀਕ ਹੈ ਜੀ, ਪੰਡਿਤ। ਇੱਕ ਤਾਂ ਪੰਡਿਤ ਤੇ ਕੁਛ ਨਾ ਹੈ, ਇਸ ਤਰ੍ਹਾਂ ਨਾਂ ਆ। ਹੁਣ ਬਾਬਾ ਸਾਹਿਬ ਬਾਰੇ ਕੋਈ ਗੱਲ ਬੋਲੀ ਆ, ਮੈਂ ਉਸ ਧੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਇੱਕ ਤਾਂ ਪੰਡਿਤ ਉਹ ਜਦੋਂ ਬੋਲ ਰਹੀ ਆ, ਮੇਰੀ ਬੱਚੀ ਆ, ਉਹ ਸਰੀਰਕ ਤੌਰ ਤੇ ਉਹਦੇ ਮਾਂ-ਬਾਪ ਹੋ ਰਿਹਾ, ਪਰ ਆਤਮਿਕ ਤੌਰ ਤੇ ਚਾਹੇ ਉਹ ਕਿਸੇ ਵੀ ਧਰਮ ਦੀ ਆ, ਯਾਦ ਰੱਖਿਓ ਸਤਸੰਗਤ ਜੀ, ਕਿਸੇ ਵੀ ਧਰਮ ਦੀ ਆ, ਕਿਸੇ ਵੀ ਜਾਤ ਦੀ ਆ, ਆਤਮਿਕ ਤੌਰ ਤੇ ਮੇਰੀ ਧੀ ਆ ਉਹ। ਜੇ ਮੇਰੀ ਧੀ ਦੇ ਹਮ ਮਰਿਆ ਤੇ ਮੈਨੂੰ ਹੱਕ ਆ ਮੈਂ ਆਪਣੀ ਧੀ ਕਮਾਂ। ਮੈਂ ਚੇਤਨਾ ਪੰਡਿਤ ਨੂੰ ਹੱਥ ਜੋੜ ਕੇ ਆਪਣੀ ਧੀ ਨੂੰ ਬੇਨਤੀ ਕਰਦਾ ਕਿ ਉਸ ਪੁਰਖ ਬਾਰੇ ਜਿਹੜੇ ਤੂੰ ਲਫ਼ਜ਼ ਬੋਲੇ ਨੇ ਪੁੱਤ, ਜੇ ਵੱਡਿਆਂ ਬਾਰੇ ਨਹੀਂ ਪਤਾ ਹੁੰਦਾ ਤੇ ਪੁੱਤ ਇਹਦਾ ਬੋਲੀ ਦਾ ਨਹੀਂ। ਮੈਂ ਪੁੱਤ ਯਾਦ ਰੱਖੀ, ਮੈਂ ਪੁੱਤ ਤੇਰੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਮੈਂ ਸਤਸੰਗਤ ਨੂੰ ਸੁਣਾਉਣੀਆਂ ਨੇ। ਮੈਂ ਪੁੱਤ ਉਹਨਾਂ ਚੋਂ ਨਹੀਂ ਹੈਗਾ ਕਿ ਜੇ ਕੋਈ ਗਾਲ ਕੱਢਦਾ ਹੈ ਤੇ ਮੈਂ ਗਾਲ ਨਾਲ ਜਵਾਬ ਦਊਂਗਾ ਉਹਦਾ। ਯਾਦ ਰੱਖੀ ਪੁੱਤ, ਮੈਂ ਪੁੱਤ ਉਸ ਆਤਮਾ ਨੂੰ ਜਾਣਦਾ ਆ ਜਿਹੜੀ ਆਤਮਾ ਤੋਂ ਤੁਹਾਡੇ ਪੁਰਖੇ ਖੁੰਝੇ ਹੋਏ ਸੀ। ਹੁਣ ਤੂੰ ਮੈਨੂੰ ਸਵਾਲ ਕਰ ਦੇਣਾ ਵੀ ਤੁਸੀਂ ਉਸ ਆਤਮਾ ਨੂੰ ਕਿੱਦਾਂ ਜਾਣਦੇ ਆ? ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਪੁੱਤਰ, ਚੇਤਨਾ ਜੀ, ਪੰਡਿਤ ਚੇਤਨਾ ਜੀ, ਪੁੱਤਰ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਉਹ ਪੂਰੀ ਬਾਣੀ ਤੁਹਾਡੇ ਪੁਰਖਿਆਂ ਨੂੰ ਸਮਝਾਉਣ ਦੇ ਚੱਕਰ 'ਚ ਹੀ ਲੱਗੇ ਰਹੇ ਆ। ਉਹ ਬਾਣੀ ਤੁਹਾਡੇ ਪੁਰਖਿਆਂ ਨੂੰ ਸਮਝਾਉਣ ਦੀ ਖਾਤਰ ਹੀ ਲਿਖੀ ਗਈ ਆ, ਠੀਕ ਹੈ। ਆਹ ਸਤਸੰਗਤ ਜੀ, ਇਹ ਗੱਲ ਸੁਣਿਓ, ਕੁੜੀ ਕਹਿ ਕੀ ਰਹੀ ਆ। ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਕੀ ਬੋਲ ਰਹੀ ਹੈ। ਕੋਈ ਗੱਲ ਨਹੀਂ ਪੁੱਤ, ਤੂੰ ਬੋਲਿਆ, ਕੋਈ ਦੁੱਖ ਨਹੀਂ। ਜਿੰਨੀ ਕਿ ਤੈਨੂੰ ਸਮਝ ਸੀ ਤੂੰ ਬੋਲਿਆ, ਜਿੰਨੀ ਕਿ ਮੈਨੂੰ ਸਮਝ ਆ ਪੁੱਤ ਮੈਂ ਬੋਲੂੰਗਾ, ਠੀਕ ਹੈ। ਦੇਖਿਓ ਸਤਸੰਗਤ ਜੀ ਵੀ ਕੀ ਬੋਲ ਰਹੀ ਹੈ ਨਾ, ਸ਼ਾਇਦ ਇਹ ਵੀਡੀਓ ਸਾਰਿਆਂ ਨੇ ਸੁਣੀ ਵੀ ਹੋਵੇ, ਕਈਆਂ ਦੇ ਆਈ ਹੋਵੇ ਅੱਗੇ, ਕਈ ਬੋਲ ਵੀ ਚੁੱਕੇ ਹੋਣੇ ਆ ਮੇਰੇ ਵੀਰ ਇਸ ਵੀਡੀਓ ਤੇ। ਪਰ ਅੱਜ ਮੈਂ ਕਿਉਂ ਬੋਲਣ ਲੱਗਾ ਹਾਂ? ਕਿਉਂਕਿ ਇਸ ਬੱਚੀ ਨੂੰ, ਮੇਰੇ ਪੁੱਤ ਨੂੰ ਜਾਂ ਮੇਰੀ ਧੀ ਨੂੰ ਨਹੀਂ ਪਤਾ ਹੈਗਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ, ਡਾਕਟਰ ਅੰਬੇਦਕਰ ਜੀ ਕੌਣ ਸੀ। ਅਸੀਂ ਉਹਨੂੰ ਬਾਬਾ ਸਾਹਿਬ ਕਿਉਂ ਕਹਿੰਦੇ ਆ? ਬਾਬਾ ਸਾਹਿਬ ਤਾਂ ਕਹਿੰਦੇ ਆ ਕਿ ਸਾਡਾ ਪੁਰਖਾ ਆ, ਉਹ ਬਾਬਾ ਆ ਸਾਡਾ। ਜਿੱਦਾਂ ਸਾਡਾ ਗੁਰੂ ਨਾਨਕ ਬਾਬਾ, ਉੱਦਾਂ ਦਾ ਸਾਡੇ ਕੋਲ ਬਾਬਾ ਸਾਹਿਬ ਆ। ਜਿੱਦਾਂ ਦਾ ਸਾਡਾ ਰਵਿਦਾਸ ਬਾਬਾ, ਉੱਦਾਂ ਦਾ ਨਾਮਦੇਵ ਜੀ ਬਾਬਾ, ਫਰੀਦ ਜੀ ਬਾਬਾ, ਸਾਡੇ ਬਾਬਾ ਸਾਹਿਬ ਆ ਉਹ। ਹਾਂ, ਇਸ ਕਰਕੇ ਕਿੰਨੇ ਪੁੱਤਰਾਂ ਨੂੰ ਬਾਬਾ ਅਸੀਂ, ਬਾਬਾ ਸਾਡਾ ਬਾਬਾ ਆ, ਸਾਡਾ ਪੁਰਖਾ ਆ। ਤੈਨੂੰ ਦੱਸਦਾ ਪੁੱਤ, ਤੁਸੀਂ ਨਹੀਂ ਮੰਨਦੇ ਉਹਨਾਂ ਨੂੰ, ਕੋਈ ਗੱਲ ਨਹੀਂ, ਤੁਸੀਂ ਨਹੀਂ ਮੰਨਦੇ, ਇਹਦੀ ਕੋਈ ਪ੍ਰੋਬਲਮ ਨਹੀਂ ਪੁੱਤ। ਹਾਂ, ਤੁਸੀਂ ਆਪ ਮਿਹਨਤ ਕਰੋ ਪੜ੍ਹਾਈ ਦੇ ਵਿੱਚ ਤੇ ਅੱਗੇ ਹੋ ਸਕਦੇ ਆ ਪੁੱਤ। ਜੇ ਪੜ੍ਹਾਈ ਦੇ ਵਿੱਚ ਮਿਹਨਤ ਨਹੀਂ ਕਰਾਂਗੇ ਆਪਾਂ ਤੇ ਕੋਈ ਗੱਲ ਨਹੀਂ ਪੁੱਤ, ਉਹਦੇ ਨਾਲ ਕਿਸੇ ਨੂੰ ਦੋਸ਼ ਨਹੀਂ ਦੇਈਦਾ ਹੁੰਦਾ। ਆਪਣੀ ਕੁਆਲੀਫਿਕੇਸ਼ਨ ਤੇ, ਆਪਣੀ ਉਸ ਪੜ੍ਹਾਈ ਤੇ ਮਾਣ ਰੱਖੋ। ਆਹ ਸੁਣਿਓ ਸਤਸੰਗਤ ਜੀ ਕੀ ਕਹਿੰਦੀ ਹੈ ਨਾ ਬੇਟੀ। अम्बेडकर जी को लेके नेगेटिव थॉट्स क्यों हैं? वो तो इतने पढ़े लिखे थे, इतनी डिग्रियां थी उनके पास, सबसे ज्यादा डिग्रियां थी उनके पास, उतने बड़े बड़े काम किए थे, उन्होंने संविधान लिखा था। तो मैं उनको एक जवाब देना चाहती हूँ, भाइयों, अगर इतनी बुद्धि थी ना उनमें तो वो अपने देश का संविधान खुद लिखते, दूसरे देश से कॉपी पेस्ट नहीं करते।
और रही बात कॉपी पेस्ट भी, ਇਹ ਬੇਟੀ ਬੋਲ ਰਹੀ ਹੈ, ਮੇਰੀ ਧੀ ਚੇਤਨਾ ਪੰਡਤ ਕਹਿ ਰਹੀ ਹੈ ਵੀ ਇੰਨੀ ਉਹਨਾਂ ਵਿੱਚ ਬੁੱਧੀ ਸੀ ਤੇ ਕਾਪੀ ਪੇਸਟ ਕਿਉਂ ਕੀਤਾ। ਚੇਤਨਾ ਪੰਡਤ ਬੇਟਾ ਮੈਂ ਇੱਕ ਗੱਲ ਤੈਨੂੰ ਦੱਸ ਦੇਣੀ ਚਾਹੁੰਦਾ ਹਾਂ, ਕਿਉਂਕਿ ਜਿਹੜੇ ਸਾਡੇ ਪੁਰਖੇ ਆ ਜਿਹੜੇ ਆਤਮਾ ਨੂੰ ਸਮਝਦੇ ਆ, ਤੁਸੀਂ ਕਿਹਾ ਕਿ ਦੂਸਰੇ ਮੁਲਕਾਂ ਦੀ ਕਾਪੀ ਪੇਸਟ ਕਿਉਂ ਕੀਤਾ। ਪੁੱਤਰ ਜੀ ਜਿਹੜੇ ਸਾਡੇ ਪੁਰਖੇ ਆ ਉਹ ਤੁਹਾਡੇ ਪੁਰਖਿਆਂ ਵਰਗੇ ਨਹੀਂ ਹੈਗੇ ਕਿ ਵੇਦਾਂ ਨੂੰ ਗ੍ਰੰਥਾਂ ਨੂੰ ਪੁੱਤਰ ਜੀ ਲਿਖ ਕੇ ਯਾਦ ਰੱਖੀ। ਜੇ ਤੂੰ ਪੁੱਤ ਸੁਣਦੀ ਆ ਧਿਆਨ ਕਰੀ, ਵੇਦਾਂ ਨੂੰ ਗ੍ਰੰਥਾਂ ਨੂੰ ਲਿਖ ਕੇ ਸਿਰਫ ਆਪਣੇ ਹੀ ਕਮਿਊਨਿਟੀ ਬੰਦਿਆਂ ਦੀਆਂ ਯਾਦ ਰੱਖੀ ਪੁੱਤ। ਤੁਸੀਂ ਇਹ ਗੱਲ ਸਵਾਲ ਕੀਤਾ ਕਿ ਬਾਬਾ ਸਾਹਿਬ ਨੇ ਕਾਪੀ ਪੇਸਟ ਕਿਉਂ ਕੀਤਾ, ਦੂਜੇ ਮੁਲਕਾਂ ਤੋਂ ਜਿਹੜੀਆਂ ਚੰਗੀਆਂ ਗੱਲਾਂ ਕਿਉਂ ਲਈਆਂ, ਦੱਸਦੇ ਆ ਪੁੱਤਰ ਜੀ। ਪਰ ਤੁਹਾਡੇ ਪੁਰਖਿਆਂ ਕੋਲ ਪੁੱਤ ਉਹ ਬਿਰਤੀ ਨਹੀਂ ਸੀ ਕਿ ਜਿਹੜਾ ਦੂਜੇ ਮੁਲਕਾਂ ਦੇ ਵਿੱਚ ਵੀ ਇਨਸਾਨ ਰਹਿੰਦੇ ਆ। ਬਾਬਾ ਸਾਹਿਬ ਨੇ ਜਦੋਂ ਦੇਖਿਆ ਦੂਜੇ ਮੁਲਕਾਂ ਦੇ ਵਿੱਚ ਇਨਸਾਨ ਰਹਿੰਦੇ ਆ, ਉਹਨਾਂ ਦੇ ਜਿਹੜੇ ਚੰਗੇ ਗੁਣ ਸੀਗੇ ਬਾਬਾ ਸਾਹਿਬ ਨੇ ਲਏ ਆ। ਕਾਹਤੋਂ ਲਏ ਆ ਕਿ ਤੁਹਾਡੇ ਪੁਰਖਿਆਂ ਨੂੰ ਅਕਲ ਆ ਸਕੇ। ਜਿਹੜੇ ਪੁੱਤਰ ਜੀ ਤੁਹਾਡੇ ਪੁਰਖੇ, ਮੈਂ ਪੁਰਖਿਆਂ ਦੀ ਗੱਲ ਕਰਾਂ ਹੁਣ ਕੌਣ ਸੀ, ਜਿਹੜਾ ਪੁੱਤ ਤੇਰਾ ਨਾਂ ਹੈ ਨਾ ਪੰਡਿਤ, ਚੇਤਨਾ ਪੰਡਿਤ ਪੁੱਤ, ਜਿਹੜਾ ਤੇਰਾ ਨਾਂ ਲਿਖਿਆ ਹੋਇਆ ਪੰਡਿਤ, ਮੈਨੂੰ ਲੱਗਦਾ ਪੁੱਤ ਜਿਹੜੇ ਹੈ ਨਾ ਤੇਰੇ ਘਰ ਦੇ ਆ, ਤੇਰੇ ਮਾਂ-ਬਾਪ ਆ, ਮੈਨੂੰ ਲੱਗਦਾ ਪੁੱਤ ਉਹਨਾਂ ਨੇ ਗੀਤਾ ਨੂੰ ਨਹੀਂ ਪੜ੍ਹਿਆ, ਉਹਨਾਂ ਨੇ ਗਿਆਨ ਨਹੀਂ ਲਿਆ। ਇਸ ਕਰਕੇ ਪੁੱਤ ਤੇਰੀ ਇਹ ਬਿਰਤੀ ਆ। ਇਸ ਕਰਕੇ ਪੁੱਤ ਤੈਨੂੰ ਇਦਾਂ ਲੱਗਦਾ, ਚੇਤਨਾ ਪੰਡਤ ਬੇਟਾ ਤੈਨੂੰ ਇਦਾਂ ਲੱਗਦਾ ਆ ਕਿ ਬਾਬਾ ਸਾਹਿਬ ਨੇ ਸੰਵਿਧਾਨ ਗਲਤ ਲਿਖਿਆ। ਬਾਬਾ ਸਾਹਿਬ ਨੇ ਕੋਈ ਗਲਤ ਨਹੀਂ ਲਿਖਿਆ, ਡਾਕਟਰ ਭੀਮ ਰਾਓ ਨੇ ਕੋਈ ਗਲਤ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਕਿਉਂਕਿ ਤੁਹਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਵੇਦ ਗ੍ਰੰਥ ਆਪਣੀ ਹੀ ਧਰਮ ਨੂੰ ਉੱਤੇ ਲਿਜਾਣ ਵਾਸਤੇ ਤੇ 5% ਉਸ ਵੇਲੇ ਤਾਂ 2% ਸੀ, ਇਹ ਲੋਕ 3% ਸੀ। ਅੱਜ ਜੇ ਗਿਣਤੀ ਕਰੀਏ ਸਾਰੇ ਲੋਕਾਂ ਦੀ ਤੇ 15% ਹੋ ਸਕਦੇ ਪੁੱਤ। 85% ਇੱਕ ਸਾਈਡ ਤੇ ਆ ਪੁੱਤ। ਮੈਂ ਤੈਨੂੰ ਪੁੱਤ ਤਾਂ ਦੱਸ ਰਿਹਾ ਕਿ ਤੁਹਾਡੇ ਪੁਰਖਿਆਂ ਨੇ ਉਸ 15% ਨੂੰ ਪੂਰੇ ਉੱਪਰਲੇ ਹੱਕ ਜਿਹੜੇ ਪੜ੍ਹਨ ਦੇ ਹੱਕ ਸੀ ਉਹਨਾਂ ਕੋਲ ਸੀ। ਕਦੀ ਪੁੱਤ ਸੋਚਿਆ ਕਰ, ਜਿਹੜਾ ਤੇਰਾ ਨਾਮ ਪੰਡਿਤ ਲੱਗਾ ਹੋਇਆ ਨਾ, ਪੰਡਿਤ ਦਾ ਨਾਮ ਮਤਲਬ ਪੁਜਾਰੀ, ਪੁਜਾਰੀ ਦਾ ਮਤਲਬ ਹੈ ਬ੍ਰਾਹਮਣ। ਯਾਦ ਰੱਖੀ ਬਟ ਮੈਂ ਤੈਨੂੰ ਸਮਝਾ ਰਿਹਾ ਬੇਟਾ। ਤੁਸੀਂ ਇਹ ਗੱਲ ਕਹੀ ਆ ਕਿ ਬਾਬਾ ਸਾਹਿਬ ਨੇ ਕਾਪੀ ਪੇਸਟ ਕੀਤਾ ਸੰਵਿਧਾਨ। ਹਾਂ, ਬਾਬਾ ਸਾਹਿਬ ਨੇ ਚੰਗੀਆਂ ਗੱਲਾਂ ਪੂਰੀ ਦੁਨੀਆ 'ਚੋਂ ਲਈਆਂ, ਉਹਨਾਂ ਨੇ ਪੜ੍ਹਾਈ ਕੀਤੀ, ਪੂਰੀ ਦੁਨੀਆ ਨੂੰ ਸਮਝਿਆ, ਸਮਝ ਕੇ ਪੂਰੀ ਦੁਨੀਆ ਕੁਦਰਤ ਦੇ ਵਿੱਚ ਆ ਪੁੱਤ। ਬਾਬਾ ਸਾਹਿਬ ਨੇ ਪੂਰੀ ਕੁਦਰਤੀ ਜਿਹੜੀਆਂ ਗੱਲਾਂ ਸੀਗੀਆਂ, ਚੰਗੀਆਂ ਗੱਲਾਂ ਸੀਗੀਆਂ, ਸਾਰੀਆਂ ਸੰਵਿਧਾਨ ਦੇ ਵਿੱਚ ਲਈਆਂ ਹੋਈਆਂ। ਇਹਦੇ ਵਿੱਚ ਚੇਤਨਾ ਪੰਡਤ ਬੇਟਾ ਮਾੜੀ ਗੱਲ ਕਿਹੜੀ ਆ? ਤੁਸੀਂ ਕਹਿੰਦੇ ਆ ਕਾਪੀ ਪੇਸਟ ਕੀਤਾ, ਕਾਪੀ ਪੇਸਟ ਨਹੀਂ ਕੀਤਾ ਪੁੱਤ। ਉਹਨਾਂ ਨੇ ਪੂਰੀ ਦੁਨੀਆ ਨੂੰ, ਅਸੀਂ ਪੁੱਤ ਕੁਦਰਤ ਨੂੰ ਸਮਝਦੇ ਆ, ਸਾਡੇ ਪੁਰਖੇ ਪੂਰੇ ਕੁਦਰਤ ਨੂੰ ਸਮਝਦੇ ਆ। ਜੇ ਪੁੱਤ ਹੋਰ ਡੂੰਘਾਈ ਦੇ ਵਿੱਚ ਜਾਣਾ ਹੋਵੇ, ਹੁਣ ਯਾਦ ਕਰੀ ਬੇਟਾ, ਮੈਂ ਤੈਨੂੰ ਸਮਝਾਉਣਾ। ਤੇ ਜੇ ਨਹੀਂ ਪੁੱਤ ਪਤਾ, ਇਦਾਂ ਕਰੀ, ਜਿਹੜਾ ਪਿਛਲਾ ਜਿੰਨਾ ਵੀ ਤੁਹਾਡੇ ਪੁਰਖਿਆਂ ਨੇ, ਇਹਨਾਂ ਪੰਡਤਾਂ ਨੇ, ਜਿਹੜਾ ਤੇਰਾ ਨਾਂ ਆ ਚੇਤਨਾ ਪੰਡਿਤ, ਇਹਨਾਂ ਪੰਡਤਾਂ ਨੇ ਪੁੱਤ ਕੀ ਕੀਤਾ? ਇਹਨਾਂ ਪੰਡਤਾਂ ਨੇ ਇਦਾਂ ਦਾ ਧਰਮ ਰਚਿਆ ਜਿਸ ਧਰਮ ਦੇ ਵਿੱਚ ਗਰੀਬ ਨੂੰ ਬੋਲਣ ਦਾ ਹੱਕ ਨਹੀਂ ਸੀ, ਕਿਰਤੀਆਂ ਨੂੰ ਕਿਤੇ ਬਾਹਰ ਜਾਣ ਦਾ ਹੱਕ ਨਹੀਂ ਸੀ। ਦੇਖਣਾ ਪੈਂਦਾ ਸੀ ਪੁੱਤ ਸਾਰਾ ਪਹਿਲਾਂ ਕਿ ਹਾਂ ਕੋਈ ਪੰਡਤ ਤਾਂ ਹੀ ਲੰਘ ਰਿਹਾ। ਚੇਤਨਾ ਪੰਡਿਤ ਪੁੱਤ ਧਿਆਨ ਰੱਖੀ, ਤੇਰੇ ਨਾਂ ਦੇ ਨਾਲ ਪੰਡਿਤ ਲੱਗਾ ਹੋਇਆ, ਮੈਂ ਤਾਂ ਬੋਲ ਰਿਹਾ ਏ। ਦੇਖਣਾ ਪੈਂਦਾ ਸੀ ਸਾਡੇ ਪੁਰਖਿਆਂ ਨੂੰ। ਕੌਣ ਸੀ ਉਹ ਪੁੱਤ? ਨਾਮਦੇਵ ਜੀ, ਰਵਿਦਾਸ ਜੀ, ਸੈਨ ਜੀ, ਸਦਨਾ ਜੀ, ਕਬੀਰ ਜੀ, ਤਰਲੋਚਨ ਜੀ। ਯਾਦ ਰੱਖੀ ਪੁੱਤ, ਮੈਂ ਤੈਨੂੰ ਤਾਂ ਦੱਸਣ ਲੱਗਾ ਚੇਤਨਾ ਪੰਡਿਤ ਬੇਟਾ, ਜਦੋਂ ਵੀ ਬੋਲਣਾ ਧਿਆਨ ਨਾਲ। ਮੈਂ ਪੁੱਤ, ਮੈਂ ਉਹਨਾਂ ਚੋਂ ਨਹੀਂ ਹੈਗਾ ਕਿ ਮੈਂ ਗਾਲ ਕੱਢ ਕੇ ਕਿਸੇ ਨੂੰ ਜਵਾਬ ਦੇਵਾਂ। ਮੈਂ ਪੁੱਤ ਗਿਆਨ ਦੇ ਨਾਲ ਜਵਾਬ ਦਊਂਗਾ ਤੈਨੂੰ। ਅੱਛਾ, ਜਿਹੜੀ ਪੁੱਤ ਬਾਣੀ ਲਿਖੀ ਹੋਈ ਹੈ ਨਾ, ਯਾਦ ਰੱਖੀ, ਇਹਨਾਂ ਨੇ ਆਪਣੀ ਭਾਸ਼ਾ ਲਿਖੀ ਹੋਈ ਆ, ਪੰਜਾਬੀ ਭਾਸ਼ਾ, ਸ਼ਾਇਦ ਤੈਨੂੰ ਨਾ ਪਤਾ ਹੋਵੇ। ਤੁਸੀਂ ਹਿੰਦੀ ਪੜ੍ਹਦੇ ਆ, ਸੰਸਕ੍ਰਿਤ ਪੜ੍ਹਦੇ ਆ, ਠੀਕ ਹੈ, ਹਿੰਦੀ ਪੜ੍ਹਦੇ ਆ, ਸੰਸਕ੍ਰਿਤ ਪੜ੍ਹਦੇ ਆ, ਇੰਗਲਿਸ਼ ਪੜ੍ਹਦੇ ਆ, ਪਰ ਪੰਜਾਬੀ ਭਾਸ਼ਾ ਜਿਹੜੀ ਲਿਖੀ ਹੋਈ ਆ ਪੁੱਤ, ਉਹ ਤੁਹਾਡੇ ਪੁਰਖਿਆਂ ਨੂੰ ਸਮਝਾਉਣ ਵਾਸਤੇ ਲਿਖੀ ਸੀਗੀ ਕਿ ਸਾਨੂੰ ਪੜ੍ਹਨ ਦਾ ਹੱਕ ਨਹੀਂ ਸੀ, ਅਸੀਂ ਪੜ੍ਹ ਨਹੀਂ ਸਕਦੇ ਸੀ। ਸਾਡੇ ਪੁਰਖਿਆਂ ਨੇ ਲਿਖ ਕੇ ਕੀ ਕੀਤਾ? ਤੁਹਾਡੇ ਪੁਰਖਿਆਂ ਨੂੰ ਸਮਝਾਇਆ। ਉਸ ਜਿਹੜੀ ਬਾਣੀ ਲਿਖੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਵਿੱਚ ਹੱਕ ਮੰਗੇ ਹੋਏ ਆ ਤੁਹਾਡੇ ਪੁਰਖਿਆਂ ਕੋਲੋਂ। ਸ਼੍ਰੀ ਗੁਰਦਾਸ ਮਹਾਰਾਜ ਕਹਿੰਦੇ ਆ, ਪਤਾ ਕੀ ਕਹਿੰਦੇ ਆ? ਤੁਮ ਚੰਦਨ ਹਮ ਰਿੰਡ ਬਾਪਰੇ ਸੰਗ ਤੁਮਾਰੇ ਵਾਸਾ।
ਜੇ ਤੁਸੀਂ ਆਪਣੇ ਆਪ ਨੂੰ ਚੰਦਨ ਸਮਝਦੇ ਹੋ, ਜੇ ਤੁਸੀਂ ਚੰਦਨ ਸਮਝਦੇ ਹੋ, ਚੰਦਨ ਵਾਲੇ ਹੋ, ਚੰਦਨ ਵਾਲੇ ਗੁਣ ਰੱਖੋ ਆਪਣੇ 'ਚ, ਸਭ ਨੂੰ ਹੱਕ ਦੇਣ ਦੀ ਬਰਾਬਰਤਾ ਦਿਓ। ਇਹਨਾਂ ਨੇ ਬਾਣੀ ਦੇ ਵਿੱਚ ਚੰਦਨ ਦੇ ਥਰੂ ਆਪਣੇ ਹੱਕ ਮੰਗੇ ਹੋਏ ਆ ਕਿ ਅਸੀਂ ਵੀ, ਸਾਡਾ ਵੀ ਮਾਈਂਡ ਇੱਕ ਕੁਦਰਤੀ ਆ ਜਿਹੜਾ ਮਾਈਂਡ ਸਾਡਾ। ਬਾਬਾ ਸਾਹਿਬ ਨੇ ਕੁਝ ਨਹੀਂ ਕੀਤਾ। ਬਾਬਾ ਸਾਹਿਬ ਨੇ ਜਿਹੜੇ ਹੱਕ ਮੰਗੇ ਹੋਏ ਸੀ ਸਾਡੇ ਪੁਰਖਿਆਂ ਨੇ, ਜਿਨ੍ਹਾਂ ਦੇ ਮੂੰਹ ਨੂੰ ਕੁੱਜਾ ਲੱਗਾ ਹੁੰਦਾ ਸੀ, ਪਿਛਲੇ ਪਾਸੇ ਛਾਪਾ ਬੰਨਿਆ ਹੁੰਦਾ ਸੀ, ਚੇਤਨਾ ਪੰਡਤ ਜੀ ਪੁੱਤ ਉਹ ਆ ਲੋਗੇ, ਉਹਨਾਂ ਲੋਕਾਂ ਦੀ ਗੱਲ ਹੋਈ ਆ। ਬਾਬਾ ਸਾਹਿਬ ਨੇ ਉਹਨਾਂ ਨੂੰ ਇਹ ਹੱਕ ਲੈ ਕੇ ਦਿੱਤੇ ਆ। ਜੇ ਪੁੱਤ ਤੁਹਾਡੇ ਪੁਰਖਿਆਂ ਨੇ 5000 ਸਾਲ ਤੋਂ ਤੁਹਾਡਾ ਇਤਿਹਾਸ ਚੱਲਦਾ ਆ ਰਿਹਾ, ਤੇ ਜੇ ਪੁੱਤ ਸਾਡੇ ਪੁਰਖਿਆਂ ਨੇ, ਕਿੰਨਾ ਚਿਰ ਹੋਇਆ ਸੰਵਿਧਾਨ ਪੁੱਤ ਲਿਖੇ ਨੂੰ? 1950 ਲਾਗੂ ਹੋਇਆ, ਠੀਕ ਹੈ, ਕਿੰਨੇ ਸਾਲ ਹੋਇਆ? ਤੇ ਪੁੱਤ 80 ਸਾਲ ਨਹੀਂ ਤੁਹਾਡੇ ਗੁਜ਼ਰੇ ਜਾ ਸਕਦੇ। ਜੇ ਅਸੀਂ 80 ਸਾਲਾਂ ਦੇ ਵਿੱਚ ਜਾਂ 17 ਸਾਲਾਂ ਦੇ ਵਿੱਚ ਜੇ ਪੁੱਤ ਸੰਵਿਧਾਨ ਲਾਗੂ ਹੋ ਗਿਆ, ਜੇ ਕਾਨੂੰਨ ਬਣ ਗਿਆ, ਡੈਮੋਕ੍ਰੇਸੀ ਆ ਗਈ ਆ, ਜੇ ਪੁੱਤ ਹੁਣ ਤੁਹਾਡੇ ਪੁਰਖਿਆਂ ਨੇ 5000 ਸਾਲ ਤੋਂ ਹਮੇਸ਼ਾ ਹੀ ਪੁੱਤ ਇਹਨਾਂ ਗਰੀਬਾਂ ਤੇ ਜ਼ੁਲਮ ਕੀਤਾ, ਜੇ ਬਾਬਾ ਸਾਹਿਬ ਨੇ ਪੁੱਤ ਉਹਦੇ ਵਿੱਚ ਲਿਖ ਦਿੱਤਾ ਕਿ ਇਹਨਾਂ ਨੂੰ ਹੱਕ ਦਿਓ, ਤੇ ਮਾੜੀ ਗੱਲ ਤਾਂ ਨਹੀਂ ਕੀਤੀ ਪੁੱਤ? ਕੋਈ ਲਿਖਿਆ ਪੁੱਤ ਤੁਹਾਨੂੰ ਪੜ੍ਹਨ ਦਾ ਹੱਕ ਦਿੱਤਾ ਹੈ, ਤੁਹਾਨੂੰ ਪੜ੍ਹਨ ਦਾ, ਜਿਹੜੇ ਪੁੱਤ ਤੁਸੀਂ ਸਬਰ ਜਾਤੀਆਂ ਆ, ਠੀਕ ਹੈ, ਉੱਚੀਆਂ ਜਾਤੀਆਂ ਜਿਹੜੀਆਂ ਆ, ਬੈਕਵਰਡ ਲੋਕ ਜਿਹੜੇ ਉਹ ਵੱਖਰੇ ਆ, ਜਿਹੜੀਆਂ ਉੱਚੀਆਂ ਜਾਤੀਆਂ ਉਹ ਵੱਖਰੇ ਆ। ਕਿਉਂ ਕੀਤੇ ਵੱਖਰੇ ਬਾਬਾ ਸਾਹਿਬ ਨੇ? ਪਤਾ ਸੀਗਾ ਵੀ ਜਿਹੜੀਆਂ ਉੱਚੀਆਂ ਜਾਤੀਆਂ ਆਪਣੇ ਆਪ ਨੂੰ ਸਮਝਦੇ, ਅੱਜ ਤੱਕ 650 ਸਾਲ ਸ਼੍ਰੀ ਗੁਰਦਾਸ ਮਹਾਰਾਜ ਜੀ 650 ਸਾਲ ਜਨਮ ਮਨਾ ਕੇ ਹਟੇ ਆ। ਉਸ ਤੋਂ ਪਹਿਲਾਂ ਨਾਮਦੇਵ ਜੀ ਆ, ਫਰੀਦ ਜੀ ਆ, ਜਦੋਂ ਗਰੀਬਾਂ ਨੂੰ ਹੱਕ ਨਹੀਂ ਦਿੱਤੇ, ਬਾਬਾ ਸਾਹਿਬ ਨੇ ਪੁੱਤ ਉਸ ਸਿਸਟਮ ਨੂੰ, ਜੇ ਤੁਸੀਂ 5000 ਸਾਲ ਤੋਂ ਇਹਨਾਂ ਗਰੀਬਾਂ ਤੇ ਜ਼ੁਲਮ ਕੀਤਾ, ਚੇਤਨਾ ਪੰਡਤ ਜੀ ਬੇਟਾ ਜੀ, ਜੇ ਤੁਹਾਡੇ ਪੁਰਖਿਆਂ ਨੇ ਜ਼ੁਲਮ ਕੀਤਾ, ਤੇ ਬਾਬਾ ਸਾਹਿਬ ਨੇ ਜੇ ਪੁੱਤ ਹੁਣ 70 ਸਾਲ ਨਹੀਂ ਹੋਏ ਜੇ, ਤੇ ਹੁਣ ਤੁਹਾਡੇ ਬਰਾਬਰ ਇਹ ਬੋਲਣਾ ਸ਼ੁਰੂ ਹੋ ਗਿਆ, ਗਰੀਬ ਇਹ ਬੋਲਣ ਲੱਗ ਪਏ ਪੁੱਤ। ਜੇ ਹੱਕ ਲੈ ਤੇ ਤੁਸੀਂ ਬਾਬਾ ਸਾਹਿਬ ਨੂੰ ਇੱਦਾਂ ਥੋੜੀ ਕਹਿ ਸਕਦੇ ਆ ਕਿ ਉਹਨਾਂ ਨੇ ਕਾਪੀ ਪੇਸਟ ਕੀਤਾ। ਹਾਂ, ਕਾਪੀ ਪੇਸਟ ਕੀਤਾ। ਅਸੀਂ ਕੁਦਰਤ ਨੂੰ ਮੰਨਦੇ ਆ। ਪੂਰੀ ਦੁਨੀਆ ਦੇ ਵਿੱਚ ਪੂਰੀ ਕੁਦਰਤ ਜਿਹੜੀ ਚੱਲ ਰਹੀ ਆ, ਉਹਦੇ ਵਿੱਚ ਚੰਗੇ ਗੁਣ ਸੀਗੇ, ਬਾਬਾ ਸਾਹਿਬ ਨੇ ਸੰਵਿਧਾਨ 'ਚ ਲਿਖ ਦਿੱਤੇ, ਕਿਉਂਕਿ ਕੁਦਰਤ ਦੇ ਵਿੱਚ ਫਿਰੇ ਆ, ਪੜ੍ਹਨ ਗਏ ਆ, ਯੂਨੀਵਰਸਿਟੀਆਂ 'ਚ ਪੜ੍ਹੇ ਆ। ਔਰ ਯਾਦ ਰੱਖੀ ਪੁੱਤ, ਤੁਹਾਡੇ ਪੁਰਖਿਆਂ ਨੂੰ ਕੋਈ ਮੱਥਾ ਟੇਕਣ ਨੂੰ ਰਾਜੀ ਨਹੀਂ ਹੈਗਾ। ਪੰਡਤ, ਪੁਜਾਰੀ, ਮੰਗਤਾ, ਯਾਦ ਰੱਖੀ ਬੇਟਾ, ਜਿਹੜਾ ਪੁਜਾਰੀ ਆ, ਜਿਹੜਾ ਲੋਕਾਂ ਨੂੰ ਆਪਣੇ ਗਿਆਨ ਦੇ ਨਾਲ ਠੱਗ ਕੇ ਖਾਂਦਾ, ਜਿਹੜਾ ਆਪ ਕਿਰਤ ਨਹੀਂ ਕਰਦਾ ਦਸਾਂ ਨੌਂ ਦੀ, ਉਹ ਕੀ ਆ ਜੀ? ਪੁਜਾਰੀ, ਠੱਗ, ਮੰਗਤਾ। ਬਾਣੀ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਪੁੱਤ। ਔਰ ਲਾਲਚੀ, ਜਿਹੜਾ ਇਨਸਾਨ ਲਾਲਚੀ ਆ, ਬਾਣੀ ਦੇ ਵਿੱਚ ਪੁੱਤ ਗੁਰੂ ਨਾਨਕ ਸਾਹਿਬ ਨੇ ਸਾਫ਼ ਲਿਖਿਆ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਜੋ ਠੱਗੀਆਂ ਕਰਕੇ ਇਨਸਾਨ ਖਾਊਗਾ ਉਹ ਠੱਗਿਆ, ਠੀਕ ਹੈ। ਇਸ ਕਰਕੇ ਬਾਬਾ ਸਾਹਿਬ ਨੇ ਪੁੱਤ, ਹਾਂ ਅੱਗੇ ਪੁੱਤ ਆਪਾਂ ਸੁਣਦੇ, ਹੁਣ ਤੁਸੀਂ ਕਿਹਾ ਨਾ, ਅੱਗੇ ਆਪਾਂ ਹੋਰ ਸੁਣਦੇ ਹਾਂ। ਸੁਣਿਓ ਵੀਡੀਓ ਹੁਣ ਕੀ ਕਹਿੰਦੀ ਮੇਰੀ ਬੇਟੀ ਅੱਗੇ। तो उसे ढंग से अरेंज भी नहीं किया। कितने आर्टिकल ऐसे हैं जो एक दूसरे को क्रैश कर रहे हैं। और रहे बहुत बड़े बड़े काम, तो हाँ, रिजर्वेशन एक देश को कोड दे दिया है, कोड का। अगर हमारे देश में कैंसर का ट्रीटमेंट नहीं है तो उसकी वजह सिर्फ अम्बेडकर है। अगर हमारे देश में करप्शन है तो उसकी वजह सिर्फ अम्बेडकर है। अगर हमारे देश के साइंटिस्ट या हमारे देश का मंगलयान मंगल ग्रह पर नहीं पहुंच पाता है तो उसकी वजह सिर्फ अम्बेडकर है। क्योंकि जिसमें इस मेरी बेटी ने गल कही आ कि अज तक जे इंडिया मंगल ग्रह लभ नहीं सकिया, मंगल ग्रह ते जा नहीं सकिया, ओदी जिन्नी भी, याद रखियो मैं सैंपल गल लई है क्योंकि सानू पता लगे। चेतना पंडित पुत्र, जे पुत अज मंगल ग्रह ते तुसीं नहीं जा सके ना, मंगल ग्रह लभ नहीं सके, इहदे विच बाबा साहब दा नहीं कसूर हैगा। मैं तुहानूं एक पुत थोड़ा जिहा सवाल दसदा, तुसीं मैनूं अपना नंबर ਜਾਂ अपना फेसबुक ਜਾਂ आईडी नंबर दिओ, मैं तुहानूं सेंड करूँगा। पूरी हिंदुस्तान की ਜਾਂ ਭਾਰਤ कह लो, हिंदुस्तान कह लो, गल एक ही है। याद रखियो, जिन्ने घपले हुए ने पुत मिलियन दे, जिन्ने भी कपड़े आ पैसे दे होए आ, बैंकां बंद हो गई। याद रखी पुत्र जी, मैं साबित कर सकदा। और पूरे दे पूरे पंडित और ब्राह्मण आ कपड़े करने वाले, पूरे का पूरा पैसा लोगों का, उन्होंने गरीबों का पिया होया बैंकों च खा गए। याद रखी पुत, चेतना पंडित पुत, तेरा नाम पंडित है, मैं तां बार बार कह रहा, ठीक है ना। बुत पूज हिंदू मूए, तुर्क मूए सरनाई। बेटा याद रखी, ਜਿਹੜੇ लोग उस वेले ठगदे सी, उन्हां लोकां नूं बाबा साहब ने, अगर तुसीं कहंदे मंगल ग्रह ते पहुंच नहीं सके, पुत सिर्फ तुहाडे पुरखियां दीयां नाकामियां आ।
अगर जे अज गरीब भुखा मारिया सिर्फ तुहाडे पुरखां दीयां नाकामियां, क्योंकि गौरमेंट पूरी दी पूरी तुहाडे कोल आ। इन्हां पंडितां कोल चलाकियां दे नाल ठगदे ने पुत्र जी। बाबा साहब ने जिहड़ा संविधान लिखिया आ, अगर बाबा साहब जी का संविधान जदों पुत सारे इदा बराबर हो जाणगे, एक इत्थे बैठा, एक दे कोल अज करोड़ां अरबां रुपया, पुत चेतना पंडित करोड़ां अरबां रुपया एक दे कोल, दूजे दे कोल रोटी खाण नूं पैसे नहीं हैगे। ये किहदी कसूर आ पुत्र जी? गौरमेंट तुहाडी शुरू तो तुहाडी रही आ, और गौरमेंट है भी तुहाडी आ। इन्हां पंडितां दी गौरमेंट आ। की गल अज अज पता नहीं लग रहा? एक नॉर्मल पुत महामारी आई आ, पंडित चेतना पंडित बेटा, एक नॉर्मल महामारी आई आ। वो जिहड़ी महामारी आ, महामारी का मतलब की आ कि एक परमात्मा ने, उस तुसीं उहनूं परमात्मा कहंदे आ, असीं उहनूं रब कहंदे आ, असीं खुदा, असीं सारे जिहड़े तुहाडे परमात्मा जिहड़े तुहाडे पुरखे कहंदे सी भगवान, असीं उस भगवान नूं मंनदे आ, पर असीं मूर्तियां 'च नहीं मंनदे। असीं मंनदे आ इंसान दे विच। पुत तेरे विचों बोल रहा, जे पुत्र जी तैनूं आत्मा का ज्ञान हुंदा, जे तूं आत्मक ज्ञान हुंदी, तूं बाबा साहब बारे इदां दीयां गल्लां ना करदी, क्योंकि तैनूं आत्मक ज्ञान नहीं हैगा पुत। तैनूं जिहड़े माँ प्यो ने तेरे सिखाया होया, तेरे माँ बाप ने सिखाया होया पुत्र जी, तेरे अंदर वो ज्ञान चल रहा, तेरे अंदर आत्मा जिहड़ा तू अपने आप सोचना वो नहीं तेरे हैगा अंदर, जो तेरे माँ बाप ने। हाँ, जे तू कहे तेरे माँ बाप ने गीता पढ़ी हुई आ, तेरे माँ बाप ने पुत्र जी गीता भी नहीं पढ़ी। साडे पुरखे बड़े चंगे सी पुत, किसी नूं जात पात दे विच पा के ठगदे नहीं सी। साडे पुरखे हुण नाम दे महाराज दी गल सुणिओ, महाराज कहंदे आज नामे बीठल देखिया मूर्ख को समझाऊं रे। अज तो 650 साल पहला मूर्ख कौन सी? आज नामे बीठल देखिया मूर्ख को समझाऊं रे। ते कौन है पुत्र उत्थे बैठा? पंडित। हुण याद करी पुत्र, पंडित सामने बैठा, उन्होंने पुछ रहा नामदेव जी, जिन्हां दे मूँह नूं कुज्जे बन्ने हुए सी, जिन्हां दे मूँह ते कुज्जे बन्ने हुए सी, जिन्हां नूं नां लैण दा रब दा अधिकार नहीं सी। याद रखी पुत, मैं तैनूं उन्हां दी गल दस्सण लगा किद्दां समझाउंदे आ। आज नामे बीठल देखिया मूर्ख को समझाऊं रे। ते पुछदे आ पंडित जी नूं, पंडित जी तुसीं गीता दे विच गायत्री मंत्र पढ़दे आ? पंडित कहंदा हाँ जी, गायत्री मंत्र साडा सब तो उच्चा। ते नामदेव जी पता की कहंदे आ? पांडे तुमरी गायत्री लोधे का खेत खाती थी। याद रखी पुत्र, जे तू मेरी वीडियो सुनी तो कुछ सीख ले पुत्र तू। पांडे तुमरी गायत्री लोधे का खेत खाती थी, लेकर ठेंगा तंगरी तोरी लांगत लांगत जाती थी। पंडित जी तुसी आ जिन्हां दे विच रब बसदा आ, इन्हां दे तुसी जुल्म करदे आ ते गायत्री मंत्र नूं वड्डा कही जांदे आ। गरीबां दा पैसा पुत्र जी, गरीबां दा पैसा कदी तुसी बैंकां दे थरू खांदे आ, कदी तुसी किस तरह खांदे। जिहड़े पंडित आ, जिहड़े वड्डे वड्डे ब्राह्मण लोग आ, ब्राह्मणवाद जिहड़े चलाक बिरती वाले, सारे ब्राह्मण इदां नहीं हैगे। जे कबीर जी ने लिखी है ना, ब्राह्मण गुरु है जगत का भगतन का गुरु नाही। पुत्र जी मैं किरत करदा, देख पिछे काम ते मैं बोल रहा, काम करदा मैं, काम करके, पर इदां नहीं हैगा कि पुत मैं लोकां नूं ठगदा आ। मैं काम करदा पुत, ना मैं तुहाडे बजुर्गां वर्गा हैगा आ मंदिर दे विच बਹਿ के लोकां नूं ठगदा, मैं लोकां को मत्था टकाउंदा आ। ते ना साडे पुरखे इदां दे सी। पांडे तुमरी गायत्री लोधे का खेत गाती थी, लेकर ठेंगा तंगड़ी तोरी लांगत लांगत जाती सी। पुत्र जी अर्थ सुनी हुण। पंडित जी तुसी जिहड़ा गायत्री मंत्र लिखिया होया, पांडे तुमरी गायत्री लोधे का खेत खाती थी। पहला तो गल ये आ भी जिहड़ी तुहाडी गा माता सी, लोधे दे खेत किसे दे खेत क्यों बड़ी? उन्होंने की हक आ दूजे दे खेत जाके बड़े हो? जे तुहाडा गायत्री मंत्र हैगा आ, जिहड़ियां गऊआं आ, जिहड़ा गायत्री मंत्र कहंदे तुसीं पांडे तुमरी, कित्थे जाना जिहड़ा गायत्री मंत्र आ, किद्दां पढ़ांगे पुत्त नूं आपां? सिर्फ नामदेव महाराज ने सिर्फ ये गल समझाई आ, जिन्होंने तुसीं गरीब कहने आ, जिन्होंने तुसीं कहने हक दवाते, उन्होंने हक 5000 तो साल तो खोए हुए पहला, जे उन्होंने बोलिया पुत्र जी तो माड़ा थोड़ी बोलिया। तो बाबा साहब ने कानून बंद कर दिता डेमोक्रेसी दे विच, माड़ी गल की बाबा साहब ने कोई? तुसीं कहने बाबा साहब ने संविधान गलत लिखिया, इस करके मंगल ग्रह ते पहुंच नहीं सके। तो जिहड़े तुहाडे पुरखे जिहड़े लुट के खा गया पूरे गरीबां दा पैसा, किन्ने कपड़े किए हुए आ बड़े बड़े, और सारे ब्राह्मण आ। याद रखी पुत्र, पांडे तुमरी गायत्री लोधे का खेत खाती थी, लेकर ठेंगा तंगरी तोरी मां लांगत लांगत जाती थी। अगर पंडित जी एक तो पुत्र जी बाहर लोधे का खेत खांदी आ,
ਬਾਹਰ ਆਪਣੇ ਖੇਤ ਬਣੇ ਹੋਏ ਆ। ਇੱਕ ਸਾਡੇ ਅੰਦਰ ਆ ਪੁੱਤ ਗਾਇਤਰੀ, ਸਾਡੀ ਆਤਮਾ ਦੇ ਨਾਮ ਦੇ ਮਹਾਰਾਜ ਕਹਿ ਰਹੇ ਵੀ ਜੇ ਤੇਰੀ ਆਤਮਾ ਇਦਾਂ ਦੀ ਹੈਗੀ ਗਾਇਤਰੀ ਮੰਤਰ ਤੂੰ ਉਹਨੂੰ ਮੰਨਦਾ ਆ ਤੇ ਦੂਜੇ ਦੇ ਖੇਤ ਅਸੀਂ ਦੂਜੇ ਦਾ ਮਾੜਾ ਕਿਉਂ ਸੋਚੀਏ? ਕਿਉਂ ਚੋਰੀ ਕਰਨ ਗਏ? ਕਿਉਂ ਦੂਜੇ ਦੇ ਖੇਤ ਚ ਖਾਣ ਗਏ ਅਸੀਂ? ਤੇ ਜੇ ਹੁਣ ਖਾਣਾ ਖਾਣ ਚੱਲ ਗਈ ਆ, ਜੇ ਹਰਾ ਹਰਾ ਘਾਹ ਉੱਥੇ ਦੇਖਿਆ ਬਹੁਤ ਵਧੀਆ, ਉੱਥੇ ਜਾ ਕੇ ਭੁੱਲ ਹੀ ਗਈ ਵੀ ਮੇਰਾ ਖੇਤ ਨਹੀਂ ਹੈਗਾ, ਕਿਸੇ ਹੋਰ ਦਾ ਆ। ਦੂਜੇ ਦੀ ਕੀਤੀ ਹੋਈ ਕਮਾਈ ਤੇ ਕਬਜ਼ਾ ਕਰਨਾ। ਤੁਹਾਡੀ ਆਤਮਾ ਨੂੰ ਇਹੋ ਦੱਸਿਆ ਹੋਇਆ ਦੂਜੇ ਦੀ ਕਮਾਈ ਤੇ ਖੇਤ ਕਬਜ਼ਾ ਕਰਨਾ। ਇਹ ਨਾਮਦੇਵ ਮਹਾਰਾਜ ਸਮਝਾ ਰਿਹਾ ਜੀ ਪੰਡਤ ਨੂੰ, ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ। ਵੀ ਜੇ ਉਹ ਖੇਤ ਖਾਣ ਚੱਲ ਗਈ ਆ ਤੇਰੀ ਆਤਮਾ ਨੇ, ਜੇ ਕਿਤੇ ਥੋੜਾ ਜਿਹਾ ਇਹਦਾ ਫਰਕ ਲੱਗਾ ਵੀ ਮੈਂ ਕੋਈ ਚੀਜ਼ ਤੋੜ ਲਈ ਆ ਵੀ ਮੈਂ ਵਾਪਸ ਆ ਜਾਵਾਂ, ਉਹ ਤਾਂ ਉੱਥੇ ਆਰਾਮ ਨਾਲ ਕਬਜ਼ਾ ਕਰਕੇ ਬਹਿ ਗਈ ਵੀ ਮੇਰਾ ਆ। ਜਦੋਂ ਖੇਤ ਦਾ ਮਾਲਕ ਆਇਆ ਉਹਨੇ ਚੱਕਿਆ ਡੰਡਾ ਮਾਰਿਆ ਲੱਤ ਤੇ, ਹੁਣ ਲੱਤ ਉਹਦੀ ਗਈ ਟੁੱਟ। ਨਾਮਦੇਵ ਮਹਾਰਾਜ ਕਹਿੰਦੇ ਵੀ ਤੇਰੀ ਗਾਇਤਰੀ ਜਿਹੜੀ ਸੀ ਜੇ ਆਪਣੀ ਲੱਤ ਨਹੀਂ ਬਚਾ ਸਕਦੀ ਤੁਹਾਨੂੰ ਕਿੱਥੋਂ ਬਚਾ ਜੂ? ਜਿਹੜਾ ਲੋਕਾਂ ਤੇ ਜ਼ੁਲਮ ਕਰ ਰਿਹਾ ਤੁਸੀਂ, ਕਿੱਥੋਂ ਬਚਾ ਜੂ ਤੁਹਾਨੂੰ? ਹੁਣ ਨਾਮਦੇਵ ਮਹਾਰਾਜ ਨੇ ਮਾੜੀ ਗੱਲ ਥੋੜੀ ਲਿਖੀ ਹੈ। ਨਾਮਦੇਵ ਕੌਣ ਹੈ? ਪਤਾ ਕੌਣ ਹੈ? ਸ਼ੀਂਬੇ ਜਿਹੜੇ ਕੱਪੜੇ ਸੀਂਦੇ ਆ, ਠੀਕ ਹੈ, ਜਾਤ ਦੇ ਸ਼ੀਂਬੇ ਆ। ਗੱਲ ਦੇਖੋ ਕਿੱਦਾਂ ਲਿਖ ਰਹੇ ਆ। ਇੱਕ ਚਮੜਾ ਚੱਕਦਾ ਸੀ ਰਵਿਦਾਸ ਚਮਾਰ, ਦੂਜਾ ਜੁਲਾਹਾ ਖੱਡੀ ਬੁਣਦਾ ਸੀ। ਬ੍ਰਾਹਮਣ ਨੂੰ ਪਤਾ ਕੀ ਕਹਿੰਦੇ ਆ? ਜਿਹੜਾ ਪੰਡਤ ਆ, ਚੇਤਨਾ ਪੰਡਤ ਜਿਹੜਾ ਤੁਸੀਂ ਨਾਂ ਲਾਗੇ ਲਵਾਇਆ ਹੋਇਆ ਆ, ਜਿਹਨੂੰ ਤੁਸੀਂ ਬਾਬਾ ਸਾਹਿਬ ਨੂੰ ਮਾੜਾ ਕਹਿੰਦੇ ਆ, ਸੁਣਿਓ ਧਿਆਨ ਦੇ ਨਾਲ ਕੀ ਕਹਿੰਦਾ ਆ ਕਬੀਰ ਜੀ। ਹਮ ਘਰ ਸੂਤ ਤਣੇ ਨਿਤ ਤਾਣਾ ਕੰਠ ਜਨਊ ਤੁਮਾਰੇ, ਤੁਮ ਤੋਂ ਪੜੋ ਵੇਦ ਗਾਇਤਰੀ। ਵੇਦਾਂ ਨੂੰ ਤੇ ਮੰਤਰ ਨੂੰ ਪੜ੍ਹਦੇ ਤੁਸੀਂ। ਤੁਮ ਤੋਂ ਪੜੋ ਵੇਦ ਗਾਇਤਰੀ ਗੋਬਿੰਦ ਹਿਰਦੇ ਹਮਾਰੇ। ਮੇਰੇ ਇਕੱਲੇ 'ਚ ਨਹੀਂ, ਸਾਰਿਆਂ 'ਚ ਹੀ ਰੱਬ ਵਸਦਾ ਹੋ। ਮੈਂ ਉਹਨੂੰ ਜਾਣਦਾ। ਕਬੀਰ ਜੀ ਬੋਲ ਰਹੇ ਤੇ ਸਾਡੇ ਪੁਰਖੇ ਠੱਗੀਆਂ ਨਹੀਂ ਕਰਦੇ ਸੀ, ਗਰੀਬਾਂ ਤੇ ਜ਼ੁਲਮ ਨਹੀਂ ਕਰਦੇ ਸੀ, ਗਰੀਬਾਂ ਨੂੰ ਹੱਕ ਦਿਵਾਉਣ ਦੀ ਗੱਲ ਕਰਦੇ ਸੀ। ਉਹ ਪੂਰਾ ਸਿੱਖ ਸਮਾਜ ਅੱਜ ਵੀ ਗਰੀਬਾਂ ਨੂੰ ਹੱਕ ਦਿਵਾਉਣ ਦੀ ਗੱਲ ਕਰਦਾ। ਉਹ ਗੱਲ ਵੱਖਰੀ ਆ ਕਿ ਤੁਹਾਡੇ ਪੁਰਖਿਆਂ ਨੇ ਸਾਡੇ ਵਰਗੇ ਇਦਾਂ ਦੇ ਪਗੜੀਆਂ ਵਾਲੇ ਦਾੜੇ ਵਾਲੇ ਲਿਆ ਕੇ ਸਾਡੇ ਸਿਰ ਤੇ ਬਿਠਾਤੇ। ਉਹਨਾਂ ਨੂੰ ਮੈਂ ਕਹਿੰਦਾ ਕਿ ਬ੍ਰਾਹਮਣ ਸਿੱਖ। ਚੇਤਨਾ ਪੰਡਤ ਜੀ ਪੁੱਤ, ਜਿਹੜਾ ਤੇਰਾ ਨਾਂ ਆ ਨਾ, ਮੈਨੂੰ ਨਾਂ ਤੋਂ ਹੀ ਪਤਾ ਲੱਗ ਗਿਆ ਸੀ ਪੁੱਤ ਤੂੰ ਗੀਤਾ ਨੂੰ ਨਹੀਂ ਪੜ੍ਹਿਆ ਹੈਗਾ, ਤੂੰ ਆਤਮਿਕ ਗਿਆਨ ਨਹੀਂ ਲਿਆ ਹੈਗਾ। ਜੋ ਤੇਰੇ ਮਾਪੇ ਨੇ ਲਿਆ ਪੁੱਤ ਉਹੀ ਲਿਆ ਤੂੰ। ਇਸ ਕਰਕੇ ਤੂੰ ਬਾਬਾ ਸਾਹਿਬ ਬਾਰੇ ਬੋਲ ਰਹੀ ਹੈ। ਮੰਗਲ ਗ੍ਰਹਿ ਤੇ ਪੁੱਤ ਇਸ ਕਰਕੇ ਨਹੀਂ ਅਸੀਂ ਜਾ ਸਕੇ, ਸਾਡੇ ਕੋਲ ਪੈਸਾ ਨਹੀਂ ਹੈਗਾ ਮਸ਼ੀਨਾਂ ਬਣਾਉਣ ਵਾਸਤੇ, ਮੰਗਲ ਗ੍ਰਹਿ ਤੇ ਜਾਣ ਵਾਸਤੇ। ਖਾ ਗਿਆ ਬ੍ਰਾਹਮਣ ਪੁੱਤ, ਖਾ ਗਿਆ ਪੰਡਤ ਪੂਰੇ ਮੁਲਕ ਨੂੰ। ਜੇ ਪੁੱਤ ਮੰਗਲ ਗ੍ਰਹਿ ਤੇ ਜਾਣਾ ਚਾਹੁੰਦੇ ਆ, ਜਿੰਨਾ ਮੰਦਰਾਂ ਦੇ ਵਿੱਚ ਸੋਨਾ ਆ, ਮੈਨੂੰ ਤਾਂ ਪੁੱਤ ਸਿਫਰਾਂ ਵੀ ਨਹੀਂ ਗਿਣਨੀਆਂ ਆਉਂਦੀਆਂ ਕਿੰਨੀਆਂ ਸਿਫਰਾਂ ਲੱਗਦੀਆਂ। ਜੇ ਪੁੱਤ ਬੋਲਣਾ ਉਹਦੇ ਬਾਰੇ ਬੋਲ ਕਿ ਜਿੰਨਾ ਮੰਦਰਾਂ ਦਾ ਸੋਨਾ ਸਾਰਾ ਵੇਚ ਕੇ ਅਸੀਂ ਮਸ਼ੀਨਾਂ ਤਿਆਰ ਕਰੀਏ, ਉਹ ਮਸ਼ੀਨਾਂ ਤਿਆਰ ਕਰਕੇ ਅਸੀਂ ਲੱਭੀਏ ਕੁਛ। ਸਾਡਾ ਵੀ ਫਰਜ਼ ਬਣਦਾ ਆ, ਸਾਡੇ ਵੀ ਬੱਚੇ ਪੜ੍ਹੇ ਲਿਖੇ ਆ, ਬੜਾ ਕੁਛ ਆ ਪੁੱਤ ਇੰਡੀਆ ਦੇ ਵਿੱਚ। ਤੁਸੀਂ ਉਸ ਗਰੀਬ ਨੂੰ ਟਾਈਮ ਨਹੀਂ ਦੇ ਰਹੇ। ਜੇ ਬਾਬਾ ਸਾਹਿਬ ਨੇ ਉਹ ਟਾਈਮ ਦੇ ਦਿੱਤਾ ਗਰੀਬ ਨੂੰ ਪੜ੍ਹਨ ਦਾ, ਆ ਮਾਈਂਡ ਸਾਰਿਆਂ ਦਾ ਪੁੱਤ ਇੱਕੋ ਜਿਹਾ ਨਹੀਂ ਹੈਗਾ। ਬਾਬਾ ਸਾਹਿਬ ਬਾਰੇ ਬੋਲਣ ਤੋਂ ਪਹਿਲਾਂ ਪੁੱਤ ਸੋਚਿਆ ਕਰ। ਜੇ ਤੈਨੂੰ ਇਦਾਂ ਚਾਹੀਦੀ ਪਬਲਿਸਿਟੀ ਚਾਹੀਦੀ ਵੀ ਹਾਂ ਮੇਰੇ ਇੰਨੇ ਵਿਊ ਹੋ ਗਏ ਆ, ਪੁੱਤ ਹੋਰ ਗੱਲ ਬੋਲ ਲਾ। ਤੈਨੂੰ ਬਾਬਾ ਸਾਹਿਬ ਹੀ ਲੱਭਾ। ਤੁਹਾਡੇ ਜਿਹੜੇ ਪੰਡਤ ਆ ਉਹਨਾਂ ਤੇ ਇੰਨੀਆਂ ਗੱਲਾਂ ਬੋਲਣ ਵਾਲੀਆਂ, ਬੋਲ। ਤੂੰ ਇਦਾਂ ਬੋਲਤਾ ਵੀ ਹਾਂ ਗਰੀਬਾਂ ਦੀਆਂ ਜਿਹੜੀਆਂ ਧੀਆਂ ਸੀਗੀਆਂ ਮੰਦਰਾਂ 'ਚ ਦਾਨ ਕਰਾਉਂਦੇ ਸੀ, ਬੋਲਤਾ ਪੁੱਤ ਗੱਲ ਕਿ ਜਿਹੜਾ ਗਰੀਬ ਦਾ ਪੁੱਤਰ ਸੀ, ਜਿਹੜੇ ਬੈਕਵਰਡ ਕਲਾਸ ਲੋਕ ਆ, ਉਹਨਾਂ ਦੇ ਜਿਹੜੇ ਵੱਡਾ ਪੁੱਤਰ ਹੁੰਦਾ ਸੀ ਘਰ ਦੇ ਵਿੱਚੋਂ, ਉਹਨੂੰ ਗੰਗਾ ਦੇ ਵਿੱਚ ਸਿੱਟਿਆ ਜਾਂਦਾ ਸੀ। ਬੋਲਤਾ ਪੁੱਤ। ਕਿਉਂ ਨਹੀਂ ਬੋਲ ਸਕਦੀ ਤੂੰ? ਕਿਉਂਕਿ ਤੇਰੇ ਅੰਦਰ ਆਤਮਾ ਨਹੀਂ ਜਾਗਦੀ ਅਜੇ। ਜਿੱਦਣ ਤੇਰੇ ਅੰਦਰ ਆਤਮਾ ਜਾਗੀ ਆਪੇ ਬੋਲ ਪੈਣਾ ਤੂੰ। ਬਾਬਾ ਸਾਹਿਬ ਬਾਰੇ ਨਾ ਬੋਲ। ਬਾਬਾ ਸਾਹਿਬ ਬਾਰੇ ਅਸੀਂ ਬੈਠੇ ਆ ਪੁੱਤ। ਬਾਬਾ ਸਾਹਿਬ ਨੇ ਪੁੱਤ, ਜੇ ਅੱਜ ਮੈਂ ਬੋਲ ਰਿਹਾ ਨਾ, ਫਰਾਂਸ ਦੇ ਵਿੱਚ ਬੋਲ ਰਿਹਾ ਮੈਂ ਬਹਿ ਕੇ, ਜੇ ਮੈਂ ਬਾਬਾ ਸਾਹਿਬ ਬਾਰੇ ਬੋਲ ਰਿਹਾ, ਬਾਬਾ ਸਾਹਿਬ ਨੇ ਮੈਨੂੰ ਇਹ ਹਿੰਮਤ ਦਿੱਤੀ ਆ ਬੋਲਣ ਦੀ। ਉਹਨੇ ਮੇਰੇ ਅੰਦਰ ਜੁਰਤ ਪੈਦਾ ਕੀਤੀ ਆ, ਉਹਨੇ ਮੈਨੂੰ ਪੜ੍ਹਾਈ ਦਿੱਤੀ ਆ। ਪੜ੍ਹਾਈ ਦੇ ਨਾਲ ਸਾਡੇ ਪੁਰਖਿਆਂ ਨੇ ਸਾਨੂੰ ਕੰਮ ਕਰਨਾ ਦੱਸਿਆ ਆ ਮਾਈਂਡ ਦੇ ਨਾਲ। ਯਾਦ ਰੱਖੀ ਪੁੱਤ, ਮੈਨੂੰ ਸਾਰੇ ਟਾਈਮਿੰਗ ਸੈੱਟ ਕਰਨੇ ਆਉਂਦੇ ਆ। ਚੇਤਨਾ ਪੰਡਤ ਬੇਟਾ, ਮੈਨੂੰ ਸਾਰੇ ਟਾਈਮਿੰਗ ਸੈੱਟ ਕਰਨੇ ਆਉਂਦੇ, ਮੈਂ ਸਾਰੇ ਟਾਈਮਿੰਗ ਸੈੱਟ ਕਰ ਲੈਣਾ। ਮੈਨੂੰ ਪਤਾ ਹੈ ਗੱਡੀ ਦਾ ਇੰਜਣ ਕਿੱਦਾਂ ਚੱਲਦਾ, ਉਹਦੇ ਵਿੱਚ ਮੈਨੂੰ ਪਤਾ ਹੈ ਜਿਹੜੀ ਬੈਲਟ ਆ ਉਹ ਕਿੱਦਾਂ ਪਾਈ ਜਾਂਦੀ ਆ। ਪਵਨ, ਹਵਾ, ਪਾਣੀ ਤੇ ਅੱਗ, ਸੂਰਜ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਯਾਦ ਰੱਖੀ ਬੇਟਾ, ਤਿੰਨਾਂ ਸਿਸਟਮ ਦੇ ਨਾਲ ਗੱਡੀ ਚੱਲਦੀ ਆ। ਜਦੋਂ ਸਿਸਟਮ ਦੇ ਵਿੱਚ ਚੱਲਦੇ ਆ
ਤੇ ਇਹੋ ਜਿਹੜੀ ਪਤਾ ਨਾ ਜਿਹੜੀ ਕੁਦਰਤ ਸੀਗੀ ਉਹ ਇਹਨਾਂ ਸਿਸਟਮ ਦੇ ਨਾਲ ਚੱਲਣੀ ਸੀ। ਤੇ ਤੁਹਾਡੇ ਪੁਰਖਿਆਂ ਨੇ ਸੂਰਜ ਨੂੰ ਪਾਣੀ ਦੇ ਦੇ ਕੇ, ਤੁਹਾਡੇ ਪੁਰਖਿਆਂ ਨੇ ਸੂਰਜ ਨੂੰ ਪਾਣੀ ਦਵਾ ਕੇ ਤੇ ਲੋਕਾਂ ਨੂੰ ਉਲਟ ਪਾਸੇ ਨੂੰ ਲਾਤਾ। ਅਸੀਂ ਸੂਰਜ ਦੀ ਰੋਸ਼ਨੀ ਤੋਂ ਕੁਝ ਪੈਦਾ ਕਰਨਾ ਸੀ। ਤੁਹਾਡੇ ਪੁਰਖੇ ਕਹਿੰਦੇ ਬਸ ਸੂਰਜ ਨੂੰ ਮੱਥਾ ਟੇਕੋ। ਹਾਂ, ਤੁਹਾਡੇ ਪੁਰਖਿਆਂ ਨੇ ਗੰਗਾ ਪਾਣੀ ਨੂੰ, ਲੋਕਾਂ ਨੇ ਸ਼ਿਪ ਚਲਾਤੇ ਗੰਗਾ ਦੇ ਵਿੱਚ, ਸਮੁੰਦਰ ਦੇ ਵਿੱਚ ਸ਼ਿਪ ਚਲਾਤੇ ਉਸ ਪਾਣੀ ਦੇ ਵਿੱਚ। ਤੁਹਾਡੇ ਪੁਰਖਿਆਂ ਨੇ ਸਾਨੂੰ ਸਿਰਫ ਮੱਥਾ ਟੇਕਣ ਦੇ ਲਾਤਾ। ਯਾਦ ਰੱਖੀ ਪੁੱਤਰ ਜੀ, ਚੇਤਨਾ ਪੰਡਿਤ ਜੀ, ਬੇਟਾ ਤੁਸੀਂ ਮੇਰੇ ਬੱਚੇ ਹੋ ਆਤਮਿਕ ਤੌਰ ਤੇ, ਯਾਦ ਰੱਖੀਏ ਪੁੱਤ। ਕਦੀ ਵੀ ਇਦਾਂ ਪੁੱਤ ਮੁੜ ਕੇ ਬਾਬਾ ਸਾਹਿਬ ਬਾਰੇ ਆ ਜਿਹੜੀ ਤੂੰ ਹੁਣ ਗੱਲ ਬੋਲੀ ਮੰਗਲ ਗ੍ਰਹਿ ਤੇ ਜਾਣਾ, ਸਾਡੇ ਤੇ ਦੋਸ਼ ਨਾ ਲਾਓ, ਬਾਬਾ ਸਾਹਿਬ ਤੇ ਦੋਸ਼ ਨਾ ਲਾਓ। ਦੁਨੀਆ ਦੇ ਪੁੱਤ ਪੂਰੀ ਦੁਨੀਆ ਤੇ ਸਭ ਤੋਂ ਘਪਲੇਬਾਜ਼ ਇਸ ਲਈ ਭਾਰਤ ਦੇ ਵਿੱਚ ਆ। ਕੌਣ ਆ ਘਪਲੇਬਾਜ਼? ਸਰਕਾਰਾਂ ਤੁਹਾਡੇ ਲੋਕ ਜਿਹੜੇ ਪੰਡਿਤ ਨੇ ਕਬਜ਼ਾ ਕਰਕੇ ਬੈਠੇ ਨੇ। ਜਿਹੜਾ ਮੰਦਰਾਂ ਦਾ ਸੋਨਾ ਆ, ਜੇ ਤੁਸੀਂ ਸੱਚੀ ਚਾਹੁੰਦੇ ਆ ਬਣਾਓ ਮਸ਼ੀਨਾਂ, ਲਾਓ ਪੂਰੇ ਭਾਰਤ ਤੇ ਪੈਸਾ। ਮੰਦਰ ਕਿੱਥੇ ਜ਼ਰੂਰਤ ਹੈ ਮੰਦਰਾਂ ਦੀ, ਦੱਸੋ ਮੈਨੂੰ। ਕਿੱਥੇ ਲੋੜ ਹੈ ਗੁਰਦੁਆਰਿਆਂ ਦੀ, ਕਿੱਥੇ ਲੋੜ ਹੈ ਚਰਚਾਂ ਦੀ? ਚਰਚ ਸਾਡੇ ਅੰਦਰ ਆ, ਮੰਦਰ ਸਾਡੇ ਅੰਦਰ ਆ। ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ। ਯਾਦ ਰੱਖੀ ਪੁੱਤਰ ਜੀ, ਗਾਇਤਰੀ ਮੰਤਰ ਤੇ ਗੱਲ ਕੀਤੀ ਆ ਨਾਮਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪੜ੍ਹ ਲਈ ਮੇਰਾ ਬੇਟਾ, ਸ਼ਾਇਦ ਤੇਰੀ ਪੁੱਤ ਆਤਮਾ ਜਾਗ ਪਵੇ। ਬਾਬਾ ਸਾਹਿਬ ਨੇ ਪੁੱਤ ਸੇਮ, ਜੇ ਪੁੱਤਰ ਜੀ ਅੱਜ ਤੂੰ ਬੋਲ ਰਹੀ ਹੈ ਨਾ, ਯਾਦ ਰੱਖੀ, ਮੈਂ ਤੈਨੂੰ ਹੋਰ ਕਹਿੰਦਾ, ਜੇ ਤੂੰ ਅੱਜ ਬੋਲ ਰਹੀ ਆ, ਆ ਜਿਹੜੀ ਤੂੰ ਗੱਲ ਕੀਤੀ ਬਾਬਾ ਸਾਹਿਬ ਬਾਰੇ, ਬਾਬਾ ਸਾਹਿਬ ਨੇ ਕੁਛ ਨਹੀਂ ਚੰਗਾ ਲਿਖਿਆ। ਤੇ ਪੁੱਤਰ ਜੀ ਜੇ ਤੂੰ ਬੋਲ ਰਹੀ ਆ, ਜੇ ਤੂੰ ਹਿੰਦੂ ਧਰਮ 'ਚ ਵੀ ਪੈਦਾ ਹੁੰਦੀ ਨਾ ਪੁੱਤ, ਜਿੱਥੇ ਤੂੰ ਪੈਦਾ ਹੋਈ ਆ, ਤੇ ਪੁੱਤਰ ਜੀ ਤੈਨੂੰ ਬੋਲਣ ਦਾ ਹੱਕ ਨਹੀਂ ਸੀ। ਪਹਿਲਾ ਹੱਕ ਕਬੀਰ ਜੀ ਨੇ ਕਹਿੰਦੇ ਤੁਸੀਂ ਔਰਤ ਨੂੰ ਮਾੜਾ ਕਹਿੰਦੇ ਆ। ਜਿਹੜੀ ਔਰਤ ਪਹਿਲਾਂ ਤੁਹਾਡਾ ਘਰ ਬਣਾਉਂਦੀ ਆ, ਬਾਅਦ ਦੇ ਵਿੱਚ ਆਪਣੇ ਜਿਹਦੇ ਲੜ ਲਾਉਂਦੇ ਤੁਸੀਂ, ਉਹਨੂੰ ਰੱਬ ਮੰਨ ਲੈਂਦੀ ਆ 1 ਮਿੰਟ ਤੋਂ ਪਹਿਲਾਂ। ਕਬੀਰ ਜੀ ਬੋਲ ਰਹੇ ਜੀ ਵੀ ਉਸ ਔਰਤ ਨੂੰ ਮਾੜਾ ਕਹਿੰਦੇ ਆ ਜਿਹੜੀ ਔਰਤ ਜਾ ਕੇ ਦੂਜੇ ਦੇ ਕਹਿੰਦੀ ਆ ਵੀ ਤੇਰਾ ਵਿਆਹ ਕਰ ਦਿੰਦੇ ਆ, ਉਹਦੇ ਜਾ ਕੇ ਘਰ, ਫਿਰ ਉਹਨੂੰ ਛੱਡੋ। ਉਹਦੇ ਨਾਲ ਜਦੋਂ ਉਸ ਔਰਤ ਤੋਂ, ਉਸ ਮੇਰੀ ਧੀ ਤੋਂ, ਉਸ ਮੇਰੀ ਭੈਣ ਤੋਂ ਜਦੋਂ ਬੱਚਾ ਪੈਦਾ ਹੁੰਦਾ, ਉਹਦਾ ਪਿਆਰ ਬੱਚੇ ਨਾਲ ਪੈ ਜਾਂਦਾ। ਆਪਣੇ ਬੱਚੇ ਨੂੰ ਰੱਬ ਵਾਂਗੂ ਪਾਲਦੀ ਆ, ਉਸ ਔਰਤ ਨੂੰ ਮਾੜਾ ਕਹਿੰਦੇ ਆ। ਇਹ ਤੁਹਾਡੇ ਜਿਹੜੇ ਪੰਡਤ ਸੀ ਉਹ ਕਹਿੰਦੇ ਸੀ ਕਿ ਔਰਤ ਪੈਰ ਦੀ ਜੁੱਤੀ ਆ, ਸ਼ੂਦਰ ਔਰ ਨਾਰੀ ਦੋਨੋਂ ਤਾੜਨ ਕੇ ਅਧਿਕਾਰੀ। ਯਾਦ ਰੱਖੀ ਬੇਟਾ ਪੰਡਿਤ, ਚੇਤਨਾ ਪੰਡਿਤ ਬੇਟਾ ਯਾਦ ਰੱਖੀ, ਇਹ ਤੁਹਾਡੇ ਪੁਰਖਿਆਂ ਨੇ ਗੱਲਾਂ ਕਹੀਆਂ, ਬਾਬਾ ਸਾਹਿਬ ਨੇ ਨਹੀਂ ਕਹੀਆਂ। ਬਾਬਾ ਸਾਹਿਬ ਨੇ ਪੁੱਤ ਤੈਨੂੰ ਬੋਲਣ ਦਾ ਹੱਕ ਦਿੱਤਾ ਜਿਹੜਾ ਤੂੰ ਬੋਲਦੀ ਆ ਅੱਜ। ਜੇ ਪੁੱਤ ਬਾਬਾ ਸਾਹਿਬ ਜੀ ਕਾਨੂੰਨ ਦੇ ਵਿੱਚ ਨਾ ਲਿਖਦੇ, ਕਬੀਰ ਜੀ ਇਹ ਗੱਲ ਨਾ ਕਹਿੰਦੇ, ਗੁਰੂ ਨਾਨਕ ਸਾਹਿਬ ਜੀ, ਸੋ ਕਿਉਂ ਮੰਦਾ ਆਖੀ ਇੱਜ਼ਤ ਜਮੈ ਰਜਾਨ, ਤੁਸੀਂ ਉਸ ਔਰਤ ਨੂੰ ਮਾੜਾ ਕਹਿੰਦੇ ਆ ਜਿਹੜੀ ਔਰਤ ਰਾਜਿਆਂ ਨੂੰ, ਸੂਰਮਿਆਂ ਨੂੰ, ਯੋਧਿਆਂ ਨੂੰ ਪੈਦਾ ਕਰਦੀ ਆ। ਤੇ ਤੁਹਾਡੇ ਕਹਿੰਦੇ ਸੀ ਪੁੱਤ, ਸਾਡੇ ਨਹੀਂ ਕਹਿੰਦੇ, ਸਾਡੇ ਤਾਂ ਇੱਜ਼ਤ ਦਿੰਦੇ ਆ ਔਰਤ ਨੂੰ। ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਔਰਤ ਨੂੰ ਇੱਜ਼ਤ ਦਿੱਤੀ ਹੋਈ ਆ। ਬਾਬਾ ਸਾਹਿਬ ਦੀ ਫਿਲਾਸਫੀ ਸੀ ਵੀ ਡਾਕਟਰ ਭੀਮ ਰਾਓ ਦੀ, ਸਾਡੇ ਪੁਰਖੇ ਪੁੱਤਰ ਜੀ, ਚੇਤਨਾ ਪੰਡਿਤ ਜੀ, ਮੈਂ ਤੁਹਾਨੂੰ ਫਿਰ ਕਹਿੰਦਾ ਬੇਟਾ, ਸਾਡੇ ਪੁਰਖੇ ਇਦਾਂ ਦੇ ਨਹੀਂ ਹੈਗੇ। ਸਾਡੇ ਪੁਰਖੇ ਤਾਂ ਦੁੱਧ ਵਾਂਗੂ ਚਿੱਟੇ, ਇਦਾਂ ਸਾਫ਼ ਸੁਥਰੇ ਆ। ਤੁਸੀਂ ਉਹਨਾਂ ਦੀ ਟਿਕਾਸ ਨਹੀਂ ਕਰ ਸਕਦੇ। ਜਿਹੜੀ ਵੀ ਗੱਲ ਕਰਦੇ ਸੀ ਪੁੱਤ ਆਤਮਾ ਤੋਂ ਕਰਦੇ ਸੀ, ਜਿੱਥੇ ਪ੍ਰਮਾਤਮਾ ਬੈਠਾ। ਉਹ ਪ੍ਰਮਾਤਮਾ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਯਾਦ ਰੱਖੀ ਬੇਟਾ। ਹਾਂ, ਦੂਜੇ ਤੇ ਦੋਸ਼ ਨਾ ਲਾਇਆ ਕਰੋ। ਆਪਣੇ ਮੰਜੇ ਥੱਲੇ, ਆਪਣੀ ਪੀੜੀ ਥੱਲੇ ਸੋਟਾ ਮਾਰਿਆ ਕਰੋ ਪਹਿਲਾਂ, ਕਿ ਅਸੀਂ ਬਾਬਾ ਸਾਹਿਬ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ, ਬਾਬਾ ਸਾਹਿਬ ਨੂੰ ਮਾੜਾ ਕਹਿਣ ਤੋਂ ਪਹਿਲਾਂ, ਕਿ ਕੀ ਅਸੀਂ ਠੀਕ ਆ। ਅੱਗੇ ਸੁਣਿਓ। ਇਸ ਮੇਰੀ बेटी ने एबिलिटी होती है डॉक्टर बनने की, तुम उसे हाँ। कंपाउंडर बनाते हो। और जिसमें एबिलिटी होती है फिर कंपाउंडर बनने की, उसे तुम डॉक्टर बनाते हो। जिसमें साइंस की नॉलेज होती है अच्छी, जो अच्छे मार्क्स डिजर्व करता है, उसका सिलेक्शन तुम करते नहीं हो, उसे फॉर्चूनेट। ਯਾਦ ਰੱਖਿਓ, ਇਹ ਬੇਟੀ ਕਹਿ ਰਹੀ ਆ ਵੀ ਜਿਹਦੇ ਵਿੱਚ ਡਾਕਟਰ ਬਣਨ ਦੀ ਕੈਪੈਸਿਟੀ ਆ, ਉਹਨੂੰ ਤੁਸੀਂ ਕੰਪਿਊਟਰ ਬਣਾ ਦਿੰਦੇ ਆ। ਜਿਹਦੇ ਵਿੱਚ ਕੰਪਿਊਟਰ ਬਣਨ ਦੀ ਕੈਪੈਸਿਟੀ ਆ, ਉਹਨੂੰ ਤੁਸੀਂ ਕੀ ਬਣਾਉਂਦੇ ਆ ਜੀ? ਡਾਕਟਰ ਬਣਾ ਦਿੰਦੇ ਆ। ਪੁੱਤਰ ਜੀ 6000 ਸਾਲ ਤੋਂ 5000 ਸਾਲ ਤੋਂ ਪਹਿਲਾਂ ਤੁਹਾਡਾ ਜਿਹੜਾ ਧਰਮ ਚੱਲਿਆ ਹੋਇਆ ਬ੍ਰਾਹਮਣ ਪੰਡਤ ਪੁਜਾਰੀ ਦਾ, ਉਸ ਪੁਜਾਰੀ ਨੇ 6000 ਇਹ ਕੰਮ ਕੀਤਾ, ਜਿਹੜੀ ਦੂਸਰ ਪਾ ਕੇ ਰੱਖੀ, ਜਿਹੜਾ ਸਾਨੂੰ ਪੜ੍ਹ ਨਹੀਂ ਦਿੱਤਾ ਗਿਆ। ਜੇ ਬਾਬਾ ਸਾਹਿਬ ਨੇ ਇਹ ਗੱਲ ਲਿਖ ਦਿੱਤੀ ਥੋੜੇ ਟਾਈਮ ਵਾਸਤੇ, ਜਿੰਨਾ ਚਿਰ
ਅਸੀਂ ਬਰਾਬਰਤਾ ਨਾ ਸਾਡੇ 'ਚ ਹੋ ਜਾਂਦੀ, ਉਹਨਾਂ ਚਿਰ ਜੇ ਲਿਖ ਦਿੱਤੀ ਕਿ ਐਸੀ ਬਣਾਤੇ। ਕਿਉਂ ਬਣਾਏ? ਕਿਉਂਕਿ ਤੁਸੀਂ ਉਹਦਾ ਹੱਕ ਨਹੀਂ ਦੇਣਾ ਸੀ। ਇਹ ਕਾਨੂੰਨ ਹੀ ਸੀ ਜਿਹਨੇ ਹੱਕ ਦਿੱਤਾ। 6000 ਸਾਲ ਤੋਂ ਤੁਸੀਂ ਹੱਕ ਨਾ ਦਿੱਤੇ ਸਾਨੂੰ। ਸਾਡੇ ਪੁਰਖਿਆਂ ਨੂੰ ਵੀ ਤੁਸੀਂ ਖਾ ਗਏ, ਸਾਡੇ ਪੁਰਖਿਆਂ ਨੂੰ ਵੀ ਆਪ ਹੀ ਵਿੱਚੇ ਰਲਾ ਗਏ, ਆਪਣੇ ਧਰਮ ਦੇ ਰਲਾ ਲਿਆ ਵਿੱਚ। ਇਹ ਤਾਂ ਥੋੜ੍ਹੀਆਂ ਜ਼ਮੀਰਾਂ ਜਾਗਦੀਆਂ ਵਾਲੇ ਆ ਜਿਨ੍ਹਾਂ ਨੇ ਇਸ ਸਿਸਟਮ ਨੂੰ ਬਚਾ ਲਿਆ। ਪੁੱਤਰ ਜੀ, ਬਾਬਾ ਸਾਹਿਬ ਨੇ ਜੇ ਲਿਖਿਆ ਹੈ ਨਾ, ਯਾਦ ਰੱਖੀ, ਜੇ ਨਾਰੀ ਨੂੰ ਇੱਜ਼ਤ ਦਵਾਈ ਆ ਸੋ ਕਿਉਂ ਮੰਦਾ ਆਖਿਆ ਜਿੱਤ ਜੰਮਿਆ ਰਜਾਨ। ਗੁਰੂ ਨਾਨਕ ਸਾਹਿਬ, ਜੇ ਤੂੰ ਬੋਲਦੀ ਆ ਤਾਂ ਦਵਾਈ ਆ। ਜੇ ਤੂੰ ਡਾਕਟਰਾਂ ਦੀ ਗੱਲ ਕਰਦੀ ਆ ਤੇ ਡਾਕਟਰੀ ਦੇ ਵਿੱਚ ਪੁੱਤ ਜਿਹਦੇ ਨੰਬਰ ਨੇ ਨਾ ਪੂਰੇ, ਤਾਂ ਜੇ ਪੁੱਤਰ ਜੀ ਤੁਸੀਂ 90% ਨੰਬਰ ਲਏ ਹੋਏ ਆ ਤੇ ਐਸਸੀ ਦੇ ਹੈਗੇ ਆ 80, ਜੇ ਤੁਹਾਡੇ ਪੁਰਖਿਆਂ ਨੇ ਸਾਡਾ ਸਾਰੀ ਉਮਰ ਹੱਕ ਖੋਇਆ 5000 ਸਾਲ ਤੋਂ, ਤੁਸੀਂ ਕਹਿੰਦੇ ਸਾਡਾ ਧਰਮ ਚੱਲਦਾ ਆ, ਜੇ ਤੁਹਾਡੇ ਪੁਰਖਿਆਂ ਨੇ 5000 ਸਾਲ ਤੋਂ ਹੱਕ ਖੋਇਆ, ਤਾਂ ਜੇ ਪੁੱਤਰ ਜੀ ਹੁਣ 80 ਸਾਲ ਜਾਂ 50 ਸਾਲ ਜਾਂ 60 ਸਾਲ, ਪਹਿਲੀ ਗੱਲ ਤਾਂ ਸਾਨੂੰ ਹੱਕ ਮਿਲਿਆ ਨਹੀਂ ਹੈਗਾ। ਜੇ ਮਿਲਿਆ ਨਹੀਂ, ਜਦੋਂ ਮਿਲੂਗਾ ਫਿਰ ਗੱਲ ਕਰਾਂਗੇ। ਹਾਂ, ਅਸੀਂ ਆਪਣੀਆਂ ਕਮਾਈਆਂ ਕਰਕੇ, ਦਸਾਂ ਦੀ ਕਿਰਤ ਕਰਕੇ ਆਪਣੇ ਅਸੀਂ ਬੱਚੇ ਪੜ੍ਹਾ ਲਏ ਆ, ਤੇ ਨੌਕਰੀਆਂ ਅਜੇ ਸਾਨੂੰ ਜਿੰਨੀਆਂ ਹੈ ਸਾਨੂੰ ਮਿਲੀਆਂ ਨਹੀਂ। ਅਜੇ ਸਾਨੂੰ ਹੱਕ ਜਿਹੜੇ ਬਾਬਾ ਸਾਹਿਬ ਨੇ ਕਾਨੂੰਨ ਦੇ ਵਿੱਚ ਦਿੱਤੇ ਹੋਏ ਸਾਨੂੰ ਮਿਲੇ ਨਹੀਂ। ਅਜੇ ਵੀ ਉਹਨਾਂ ਤੇ ਪੰਡਤ ਬ੍ਰਾਹਮਣ ਬੈਠਾ। ਯਾਦ ਰੱਖੀ ਚੇਤਨਾ ਪੰਡਤ, ਬੇਟਾ ਤੂੰ ਗੱਲ ਤਾਂ ਕਹੀ ਹੈ ਨਾ ਵੀ ਇੱਦਾਂ, ਜੇ ਤੁਸੀਂ ਪੁੱਤਰ ਜੀ 10 ਨੰਬਰ, ਜੇ ਤੈਨੂੰ ਇੱਦਾਂ ਤੇਰੇ 'ਚ ਬਰਾਬਰਤਾ ਹੋਵੇ, ਤੇਰੇ ਦੇ ਵਿੱਚ ਪੁੱਤੇ ਗੱਲ ਕਰਨ ਦੀ ਸ਼ਮਤਾ ਹੋਵੇ, ਜੇ ਤੂੰ ਇੱਦਾਂ ਕਵੇਂ ਵੀ ਹਾਂ ਆਹ ਮੇਰਾ ਗਰੀਬ ਆ, ਇਹ ਵਿਚਾਰਾ ਕੰਮ ਕਰਕੇ ਪੜ੍ਹ ਕੇ ਆਇਆ, ਵੀ ਮੇਰੇ ਨੰਬਰ 90 ਆ, ਠੀਕ ਆ, ਇਹਨੂੰ ਮੈਂ ਆਪਣੇ ਕੋਲੋਂ 10 ਦੇ ਦੇਵਾਂ, ਹੈਗੀ ਆ ਪੁੱਤ ਇਹ ਹਿੰਮਤ ਹੈਗੀ ਤੁਹਾਡੇ 'ਚ? ਤੁਸੀਂ ਚੀਕਾਂ ਮਾਰਦੇ ਆ, ਪੜ੍ਹਦੇ ਤੁਸੀਂ ਆਪ ਨਹੀਂ। ਇੱਕ ਗਰੀਬ ਪੜ੍ਹ ਕੇ ਆਉਂਦਾ ਪੁੱਤਰ ਜੀ, ਉਹ ਪੱਠੇ ਤੇ ਕੰਮ ਵੀ ਕਰਦਾ ਆ, ਉਹ ਘਾਹ ਵੀ ਖੋਦਦਾ ਆ, ਉਹ ਪੱਠੇ ਵੀ ਕੁਤਰਦਾ ਆ। ਜੇ ਪੁੱਤਰ ਜੀ ਉਹਦੇ ਨੰਬਰ 80 ਆ, ਜੇ ਤੁਹਾਡੇ ਕੋਲ ਸਭ ਕੁਝ ਆ, ਹਰ ਇੱਕ ਚੀਜ਼ ਆ, ਸਹੂਲਤਾਂ ਆ ਤੁਹਾਡੇ ਕੋਲ ਜਾਣ ਦਾ ਸਾਧਨ ਆ। ਇੱਕ ਵਿਚਾਰਾ 4 ਕਿਲੋਮੀਟਰ ਪੜ੍ਹਨ ਜਾਂਦਾ ਆ ਸਕੂਲ ਦੇ ਵਿੱਚ, ਇੱਕ ਤੁਰ ਕੇ ਜਾ ਰਿਹਾ ਪੁੱਤ, ਤੁਸੀਂ ਗੱਡੀ ਜਾ ਰਹੇ ਆ। ਜੇ ਤੁਸੀਂ 100% ਨੰਬਰ ਲੈ ਕੇ ਦੂਜੇ ਨੂੰ 10 ਦੇਤੇ, ਜੇ ਕਹਿਤਾ ਵੀ ਉਹਨੂੰ ਬਰਾਬਰ ਕਰਨ ਦੇ ਵਿੱਚ, ਪਰ ਕਿੱਥੋਂ ਹਿੰਮਤ ਆਉਣੀ ਸੀ? ਕਿਉਂਕਿ ਇਹਦਾ ਹਿੰਮਤ ਤੁਹਾਡੇ ਪੁਰਖਿਆਂ 'ਚ ਨਹੀਂ ਸੀ। ਇਸੇ ਕਰਕੇ ਪੁੱਤ ਤੁਹਾਨੂੰ ਦੁੱਖ ਹੋ ਰਿਹਾ ਆ ਕਿ ਬਾਬਾ ਸਾਹਿਬ ਨੇ ਇਹ ਗੱਲ ਲਿਖੀ। ਕਦੀ ਪੁੱਤ ਆਤਮਾ ਤੋਂ ਸੋਚ ਕੇ ਦੇਖਿਓ, ਦੂਜੇ ਨੂੰ ਬਰਾਬਰ ਕਰਨ ਵਾਸਤੇ 2 ਰੋਟੀਆਂ ਖਾਣੇ ਬੇਟਾ ਜੀ, ਤੁਸੀਂ ਇੱਕ ਦੂਜੇ ਨੂੰ ਦੇ ਦਿਓ, ਤੁਸੀਂ ਮਰਨ ਥੋੜੀ ਲੱਗੇ ਆ, ਜਿੰਦਿਆਂ ਦਾ ਫੇਰ ਵੀ ਤੁਸੀਂ ਰਹਿਣਾ। ਹਾਂ, ਥੋੜਾ ਜਿਹਾ ਕਮਜ਼ੋਰ ਹੋ ਸਕਦੇ ਆ, ਉਹ ਕਮਜ਼ੋਰੀ ਵੀ ਨਹੀਂ ਰਹਿਣੀ ਤੁਹਾਡੇ 'ਚ। ਕਿੱਦਾਂ? ਜਦੋਂ ਦੂਜੇ ਨੂੰ ਪੁੱਤ ਆਪਣੇ ਬਰਾਬਰ ਖੜਾ ਕਰ ਲੈਣਾ ਤੁਸੀਂ, ਉਹ ਕਮਜ਼ੋਰੀ ਰਹਿ ਜਾਊ ਤੁਹਾਡੇ 'ਚ? ਨਹੀਂ ਰਹਿਣੀ। ਕਿਉਂ? ਕਿਉਂਕਿ ਤੁਹਾਡੀ ਆਤਮਾ ਨੇ ਤੁਹਾਨੂੰ ਬਲਵਾਨ ਕਰਨਾ। ਇਸ ਕਰਕੇ ਪੁੱਤ ਚੇਤਨਾ ਪੰਡਤ ਬੇਟਾ ਧਿਆਨ ਰੱਖੀ, ਜਦੋਂ ਵੀ ਬਾਬਾ ਸਾਹਿਬ ਬੋਲਣਾ ਨਾ ਤੇ ਧਿਆਨ ਨਾਲ ਬੋਲੀ ਪੁੱਤ। ਜਿਹੜਾ ਵੀ ਸੰਵਿਧਾਨ ਬਣਿਆ ਹੋਇਆ ਉੱਤੇ ਪਹਿਰਾ ਦਿਓ, ਬਰਾਬਰਤਾ ਹੋ ਗਈ ਤੇ ਸਾਰੇ ਆਪਣੇ ਆਪ ਪੁੱਤ ਹਟ ਜਾਣੇ ਆ। ਕੋਈ ਜਾਤ ਨਹੀਂ ਰਹਿਣੀ, ਕੋਈ ਪਾਤ ਨਹੀਂ ਰਹਿਣੀ। ਬਾਬਾ ਸਾਹਿਬ ਨੇ ਪੁੱਤ ਕੁਛ ਟਾਈਮ ਵਾਸਤੇ ਸਿਸਟਮ ਬਣਾਇਆ ਹੋਇਆ, ਤੁਸੀਂ ਤਕੜੇ ਹੋਵੋ, ਤੁਸੀਂ ਸਾਥ ਦਿਓ ਸਾਡਾ, ਅਸੀਂ ਤੁਹਾਡੇ ਨਾਲ ਆ। ਆਟੋਮੈਟਿਕ ਪੁੱਤ ਬਿਲਕੁਲ ਜਿੱਦਾਂ ਤੁਸੀਂ ਚਾਹੁੰਦੇ ਇਦਾਂ ਹੀ ਹੋ ਜਾਣੀ ਹੈ। ਪਰ ਉਹਦੇ ਵਿੱਚ ਪਹਿਲਾਂ ਸਭ ਤੋਂ ਆਪਣੇ ਅੰਦਰ ਆਤਮਾ ਨੂੰ ਜੋੜਨਾ ਪੈਣਾ ਹੈ। ਜੇ ਤੁਸੀਂ ਸੱਚੀ ਹਿੰਦੂ ਆ ਤਾਂ ਗੀਤਾ ਨੂੰ ਪੜ੍ਹਿਆ ਕਰੋ। ਗੀਤਾ ਦੇ ਵਿੱਚ ਲਿਖਿਆ ਕੀ ਹੋਇਆ। ਜ਼ਰੂਰੀ ਨਹੀਂ ਕਿ ਮਾੜੀਆਂ ਗੱਲਾਂ ਤੁਸੀਂ ਸਿੱਖਣੀਆਂ, ਚੰਗੀਆਂ ਗੱਲਾਂ ਸਿੱਖੋ। ਸਾਰੇ ਨਹੀਂ ਪਤਾ ਲੱਗ ਰਿਹਾ, ਜ਼ਿਆਦਾ ਨਹੀਂ ਪਤਾ ਲੱਗ ਰਿਹਾ ਤਾਂ ਇਤਿਹਾਸ ਪੜ੍ਹ ਲਿਆ ਕਰੋ। ਜੇ ਤੁਹਾਡੇ ਪੁਰਖਿਆਂ ਨੇ ਇਦਾਂ ਕੀਤੀ ਸੀ ਪਹਿਲਾਂ, ਤੇ ਜੇ ਹੁਣ ਪੁੱਤ ਕੋਈ ਗੱਲ ਨਹੀਂ, 50-60 ਸਾਲ ਕੋਈ ਗੱਲ ਨਹੀਂ, ਬਸ ਕੁਛ ਵੀ ਨਹੀਂ ਗਏ। ਇਹ ਤਾਂ ਸਿਰਫ ਅਜੇ ਹੁਣ ਥੋੜ੍ਹਾ ਜਿਹਾ ਸਾਨੂੰ ਅਕਲ ਆਉਣ ਲੱਗੀ ਆ। ਇੰਟਰਨੈਟ ਦੇ ਥਰੂ ਸਾਨੂੰ ਪਤਾ ਲੱਗਣ ਲੱਗ ਪਿਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗ ਪਏ। ਜਿਹੜਾ ਤੁਹਾਡਾ ਬ੍ਰਾਹਮਣ ਸੀ, ਸਿੱਖ ਬ੍ਰਾਹਮਣ, ਜਿਹੜਾ ਤੁਸੀਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਵੀ ਕਬਜ਼ਾ ਕਰਾ ਕੇ ਬਿਠਾ ਦਿੱਤਾ, ਅੱਜ ਵੀ ਬੈਠਾ, ਉਹ ਕਹਿੰਦਾ ਸੀ ਤੁਸੀਂ ਪੜ੍ਹ ਨਹੀਂ ਸਕਦੇ, ਤੁਹਾਡੇ ਕੱਪੜੇ ਨਹੀਂ ਚੰਗੇ ਪਾਏ। ਯਾਦ ਰੱਖਿਓ, ਇਹ ਤੁਹਾਡੇ ਬਿਠਾਏ ਹੋਏ ਆ ਪੁੱਤ। ਕਿਉਂ? ਕਿਉਂਕਿ ਤੁਹਾਨੂੰ ਡਰ ਸੀ ਕਿ ਜੇ ਇਹ ਗਰੀਬ ਪੜ੍ਹ ਗਏ, ਇਹਨਾਂ ਨੇ ਤਾਂ ਇੱਕੋ ਜਿਹੇ ਕਰ ਦੇਣੇ ਸਾਰੇ, ਤੇ ਸਾਡੀ ਜਾਤੀ ਕਿੱਦਾਂ ਰਹੂਗੀ? ਜਾਤੀਆਂ ਬਾਬਾ ਸਾਹਿਬ ਨੇ ਪਾਈਆਂ, ਇਹ ਤੁਸੀਂ ਪਾਈਆਂ ਹੋਈਆਂ ਆ। ਬ੍ਰਾਹਮਣ ਜਾਤ ਤੁਸੀਂ ਬਣਾਈ, ਅਸੀਂ ਨਹੀਂ ਬਣਾਈ। ਅਸੀਂ ਤਾਂ ਉਸ ਰੱਬ ਨੂੰ ਮੰਨਦੇ ਆ, ਉਸ ਭਗਵਾਨ ਨੂੰ ਮੰਨਦੇ ਆ ਜਿਹੜਾ ਸਾਰੇ ਦੇ ਅੰਦਰ ਬੈਠਾ। ਵਰਨ ਤੁਸੀਂ ਬਣਾਏ ਹੋਏ ਆ, 4 ਵਰਨ ਤੁਸੀਂ ਬਣਾਏ, ਅਸੀਂ ਨਹੀਂ ਬਣਾਏ। ਚੇਤਨਾ ਪੰਡਤ ਬੇਟਾ ਤੁਸੀਂ ਬਣਾਏ ਆ, ਤੁਹਾਡੇ ਪੁਰਖਿਆਂ ਨੇ ਬਣਾਇਆ। ਪੁਰਖਿਆਂ ਨੂੰ ਪੁੱਛਿਆ ਕਰੋ ਆਪਣਿਆਂ ਨੂੰ, ਸਾਨੂੰ ਨਾ ਪੁੱਛੋ।
ਨਾ ਸਾਨੂੰ ਦੱਸੋ। ਸਾਨੂੰ ਬਾਬਾ ਸਾਹਿਬ ਨੇ ਕੀ ਕੀਤਾ ਸਾਨੂੰ ਇਹ ਪਤਾ। ਜੇ ਤੈਨੂੰ ਨਹੀਂ ਚੰਗਾ ਲੱਗਦਾ ਤੇ ਕੋਈ ਗੱਲ ਨਹੀਂ, ਤੂੰ ਜੋ ਜਿੱਦਾਂ ਜਿੱਦਾਂ ਤੈਨੂੰ ਚੰਗੀ ਲੱਗਦੀ ਉੱਦਾਂ ਕਰ, ਪਰ ਇਦਾਂ ਬਾਬਾ ਸਾਹਿਬ ਨੂੰ ਨਾ ਬੋਲ, ਫਾਇਦਾ ਨਹੀਂ ਕੋਈ। ਠੀਕ ਹੈ ਬੇਟਾ, ਆਪਣੇ ਪੁਰਖਿਆਂ ਨੂੰ ਪੁੱਛਿਆ ਕਰ ਵੀ ਇਦਾਂ ਕਿਉਂ ਹੋਈ। ਜਦੋਂ ਪੁੱਤ ਆਪਣੇ ਪੁਰਖਿਆਂ ਨੂੰ ਪੁੱਛਿਆ, ਜਦੋਂ ਆਪਣੀ ਆਤਮਾ ਨਾਲ ਉਸ ਗੱਲਾਂ ਸਾਂਝੀਆਂ ਕੀਤੀਆਂ, ਤੂੰ ਆਪਣੇ ਆਪ ਕਹਿਣਾ ਵੀ ਆਹ ਨੰਬਰ ਮੇਰੇ 10 ਲੈ ਲਓ, ਦੇ ਦਿਓ ਦੂਜੇ ਨੂੰ, ਵੰਡ ਕੇ ਛਕ ਲਓ, ਸੋਚ ਇਦਾਂ ਦੀ ਪੈਦਾ ਕਰੋ। ਠੀਕ ਹੈ ਬੇਟਾ, ਚਲੋ ਠੀਕ ਹੈ ਪੁੱਤ ਚੇਤਨਾ ਪੰਡਤ, ਤੇਰੇ ਤੇ ਪੁੱਤ ਇਹਨਾਂ ਗੱਲ ਕਰਨੀ ਸੀ ਮੈਂ। ਯਾਦ ਰੱਖੀ, ਇਹ ਤਾਂ ਅਜੇ ਪੁੱਤ ਕੁਛ ਵੀ ਨਹੀਂ ਗੀ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ। ਅਜੇ ਤਾਂ ਪੁੱਤ ਇਦਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਨਾ, ਜੇ ਉਹ ਗੱਲਾਂ ਸਾਰੀਆਂ ਹੀ ਹੌਲੀ ਹੌਲੀ ਮੈਂ ਸਾਂਝੀਆਂ ਕਰੂੰਗਾ। ਜੇ ਮੇਰੀ ਜ਼ਿੰਦਗੀ ਰਹੀ ਤਾਂ ਮੈਂ ਹੌਲੀ ਹੌਲੀ ਸਾਰੀਆਂ ਸਾਂਝੀਆਂ ਕਰਨੀਆਂ। ਇਹ ਤਾਂ ਕੁਛ ਵੀ ਨਹੀਂ, ਤੁਹਾਡੇ ਪੁਰਖਿਆਂ ਨੇ ਜੈਮਲ, ਗਣਕਾ, ਵਾਲਮੀਕ ਕੌਣ ਸੀ, ਇਹ ਪੁੱਤ ਮੈਂ ਸਾਰੀਆਂ ਦੱਸੂਗਾ। ਤੁਹਾਡੇ ਪੁਰਖਿਆਂ ਨੇ ਕਿੱਦਾਂ ਉਹਨਾਂ ਨੂੰ ਆਪਣੀ ਚਲਾਕੀ ਦੇ ਨਾਲ ਕਿੱਦਾਂ ਉਹਨਾਂ ਨੂੰ ਕਿੱਥੇ ਜੋੜਿਆ, ਮੂਰਤੀਆਂ ਦੇ ਨਾਲ ਲਿਆ ਕੇ ਜੋੜ ਦਿੱਤਾ। ਤੇ ਸਾਡੇ ਪੁਰਖੇ ਇਦਾਂ ਦੇ ਨਹੀਂ ਹੈਗੇ। ਸਾਡੇ ਪੁਰਖੇ ਸਾਰਿਆਂ ਦੇ ਅੰਦਰ ਰੱਬ ਦੇਖਦੇ ਆ। ਉਹ ਹਿੰਦੂ ਦੇ ਅੰਦਰ ਦੇਖਦੇ ਆ, ਮੁਸਲਮਾਨ ਦੇ ਅੰਦਰ ਵੀ ਦੇਖਦੇ ਆ, ਕ੍ਰਿਸਚਨ ਦੇ ਅੰਦਰ ਵੀ, ਬੋਧੀ ਦੇ ਅੰਦਰ ਵੀ, ਸਾਰਿਆਂ ਦੇ ਅੰਦਰ ਰੱਬ ਦੇਖਦੇ ਆ। ਸਾਡੇ ਜਿਹੜੇ ਪੁਰਖੇ ਨੇ, ਬਾਬਾ ਸਾਹਿਬ ਨੇ ਸਾਰਿਆਂ ਅੰਦਰ ਰੱਬ ਦੇਖਿਆ। ਸਿਰਫ ਬਰਾਬਰਤਾ ਲਿਆਉਣ ਵਾਸਤੇ ਬਾਬਾ ਸਾਹਿਬ ਨੇ ਗੱਲਾਂ ਲਿਖੀਆਂ ਆ। ਜੇ ਤੈਨੂੰ ਨਹੀਂ ਚੰਗੀਆਂ ਲੱਗਦੀਆਂ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ, ਤੇ ਬਸ ਇਹ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ। ਠੀਕ ਹੈ ਬੇਟਾ, ਚੇਤਨਾ ਪੰਡਤ ਜੀ, ਬੇਟਾ ਜੀ, ਜੇ ਮੈਂ ਕੋਈ ਗੱਲ ਨਾ ਚੰਗੀ ਲੱਗੀ ਹੋਵੇ, ਠੀਕ ਹੈ, ਤੇ ਮੈਨੂੰ ਜਦੋਂ ਮਰਜ਼ੀ ਪੁੱਤ ਤੁਸੀਂ ਮੇਰੀ ਆਈਡੀ 'ਤੇ ਜਾ ਕੇ ਨੰਬਰ ਲੈ ਕੇ ਮੈਨੂੰ ਫੋਨ ਕਰ ਸਕਦੇ ਆ ਕਿ ਅੰਕਲ ਜੀ ਤੁਸੀਂ ਮੇਰੇ ਬਾਰੇ ਆ ਗਲਤ ਬੋਲਿਆ। ਠੀਕ ਹੈ, ਹਾਂ, ਜਿਹੜਾ ਬਾਬਾ ਸਾਹਿਬ ਬਾਰੇ ਕੋਈ ਵੀ ਇਦਾਂ ਗਲਤ ਕੁਐਸਚਨ ਕਰੂਗਾ, ਪੁੱਤਰ ਜੀ ਮੇਰਾ ਕਿਸੇ ਨੂੰ ਹੌਟ ਕਰਨ ਦਾ ਮਸਲਾ ਨਹੀਂ ਹੈਗਾ ਇੱਥੇ। ਮੈਂ ਨਹੀਂ ਕਹਿੰਦਾ ਕਿਸੇ ਦਾ ਮਨ ਦੁਖੀ ਹੋਵੇ, ਪਰ ਹਾਂ ਜੇ ਕੋਈ ਮੇਰੇ ਪੁਰਖੇ ਨੂੰ ਛੇੜੂਗਾ ਨਾ, ਤੇ ਫਿਰ ਪੁੱਤ ਮੈਨੂੰ ਵੀ ਤਾਂ ਰੱਬ ਨੇ ਮੂੰਹ ਦਿੱਤਾ, ਜਦੋਂ ਤੁਹਾਨੂੰ ਦਿੱਤਾ ਆ ਇਦਾਂ ਮੈਂ ਵੀ ਤਾਂ ਬੋਲ ਸਕਦਾ ਨਾ, ਮੈਨੂੰ ਵੀ ਹੱਕ ਆ। ਉਹ ਟਾਈਮ ਗਿਆ ਪੁੱਤ ਵੀ ਤੁਸੀਂ ਇਦਾਂ ਕਰਕੇ ਸ਼ੂਦਰ ਕਹਿ ਕੇ ਬਿਠਾ ਦੇਵੋਗੇ, ਦਲਿਤ ਆ ਤੁਸੀਂ ਇਦਾਂ ਕਹਿ ਕੇ ਬਿਠਾ ਦਿਓ। ਉਹ ਟਾਈਮ ਗਿਆ, ਹੁਣ ਉਹ ਨਹੀਂ ਟਾਈਮ ਹੈਗਾ ਹੁਣ। ਤਾਂ ਸ਼ੁਕਰ ਕਰਦਾ ਬਾਬਾ ਸਾਹਿਬ ਨੇ ਪੁੱਤਰ ਜੀ, ਆਪਣੀ ਦਸਾਂ ਨਾਂਹ ਦੀ ਕਿਰਤ ਕਰਕੇ ਬੋਲਦੇ ਆ ਪੁੱਤਰ ਜੀ। ਅਸੀਂ ਮੰਦਰਾਂ 'ਚ ਬਹਿ ਕੇ ਨਹੀਂ ਬੋਲਦੇ, ਹਾਂ ਕਿਰਤ ਕਰਕੇ ਬੋਲਦੇ ਆ। ਕਿਸੇ ਦੇ ਗੁਰੂ ਬਣ ਕੇ ਨਹੀਂ ਬੋਲਦੇ ਅਸੀਂ, ਨਾ ਅਸੀਂ ਬੋਲਣਾ। ਜੇ ਕੋਈ ਤੈਨੂੰ ਗੱਲ ਨਾ ਚੰਗੀ ਲੱਗੀ ਹੋਵੇ, ਮੇਰੀ ਫੇਸਬੁੱਕ ਦਾ ਨਾਂ ਹੈਗਾ ਬਾਣੀ ਲਿਖਣ ਦੀ ਲੋੜ ਕਿਉਂ ਪਈ, ਭਰ ਕੇ ਪੁੱਤ ਮੇਰਾ ਨਾਂ ਰਾਜਕੌਲ ਹੈ ਬੇਟਾ, ਤੇ ਮੇਰੇ ਨਾਲ ਗੱਲ ਕਰ ਲਈ। ਠੀਕ ਹੈ, ਕਿਤੇ ਤੈਨੂੰ ਨਾ ਚੰਗੀ ਲੱਗੀ ਹੋਵੇ। ਹਾਂ, ਜਿਹੜਾ ਬਾਬਾ ਸਾਹਿਬ ਬਾਰੇ, ਸਾਡੇ ਪੁਰਖਿਆਂ ਬਾਰੇ ਕੋਈ ਵੀ ਬੰਦਾ ਬੋਲਣ ਦੀ ਕੋਸ਼ਿਸ਼ ਕਰੂਗਾ, ਤੇ ਮੈਂ ਪੁੱਤ ਦਲੀਲ ਦੇ ਨਾਲ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਮੈਨੂੰ ਦੱਸਣਾ ਪੈਣਾ। ਤਾਂ ਜੋ ਸਾਡੇ ਪੁਰਖਿਆਂ ਨੇ ਕੀਤਾ ਉਹ ਵੀ ਨਾਲ ਮੈਂ ਦੱਸਣਾ। ਠੀਕ ਹੈ, ਚਲੋ ਠੀਕ ਹੈ ਬੇਟਾ, ਬੁਲਾਈਏ ਫਤਿਹ। ਜੈ ਗੁਰੂਦੇਵ, ਵਾਹਿਗੁਰੂ ਜੀ ਕਾ ਖਾਲਸਾ, ਰਾਮ ਰਾਮ, ਜੈ ਭੀਮ, ਜੈ ਭਾਰਤ, ਨਮੇ ਬੁੱਧਾ, ਅਸਲਾਮ ਅਲੈਕੁਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।